ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੁਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮੰ ਪਰਮ ਪੁਰਾਵਰ ਨਾਥ, ਜੁਗਲ ਚਰਨ ਮਮ ਬੰਦਨਾ। ਧਰ ਕਰ ਧਰ ਪਰਮਾਥ, ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵਡਿਆਗੀ, ਪਾਵਹਿ ਗਤ ਵਿਸ਼ਰਾਮ। ਵਾਹਿਗੁਰੂ ਜੀਓ। ਜੈ ਸ੍ਰੀ ਮਹੱਲਾ ਪੰਜਵਾ। ਵਾਰ ਸਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਲੋਕ। ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਸਿਮਰੰਤ ਸੰਤ ਸਰਬਤ ਰਮਨੰ, ਨਾਨਕ ਆਗਨਾਥ ਸੁਨ ਜਗਦੀਸ਼ਵਰ ਹੈ। ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਸਿਮਰੰਤ ਸੰਤ ਸਰਬਤ ਰਮਨੰ, ਨਾਨਕ ਆਗਨਾਥ ਸੁਨ ਜਗਦੀਸ਼ਵਰ ਹੈ। ਵੇਖਣ ਸੁਣਨ ਸੁਨਾਵਣ, ਮਨ ਮਹਿ ਦਿੜੀਐ ਚਾਚ। ਪੂਰ ਰਹਿ ਸਰਬਤਰ ਮੈਂ, ਨਾਨਕ ਹਰ ਰੰਗ ਰਾਜ। ਪੌੜੀ। ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ। ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਖਿਨ ਮਹਿ ਥਾਪਿਓ ਥਾਪਦਾ, ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਮੰਡ ਪਾਤਾਲ ਦੀ, ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਖੰਡ ਬ੍ਰਹਮੰਡ ਪਾਤਾਲ ਦੀ, ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਤਸਲ ਕਰਣਾ ਨਿਧਾਨ, ਦੀਨਾ ਬੰਧੂ ਪਤਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਗੁਰਦੁਆਰਾ ਸਾਹਿਬ ਜੀ ਦੇ ਸਮੁੱਚੇ ਸੇਵਾਦਾਰ
और सारिया प्यार वालियां संगतां और बाबा हजूरा सिंह जी जिन्हां दे उद्यम और प्रशारथ द्वारा आप वख-वख गुरुद्वारियां विच गुरु महाराज की पावन पवित्र गुरबाणी की जो लड़ीवार संथ्या है, सारे माई भाई बड़ी शरधा दे नाल पोथियां प्रकाश करके बाणी का शुद्ध आचारण शुद्ध पाठ संथ्या के रूप विच रोजाना करते आ रहे हो। गुरु महाराज ने बड़ी महान बख्शिश कृपालता की है। संथ्या का पाठ मद तक पहुँचा है। सतगुरु जी ने बड़ी कृपा की है। आप संगतां नूं बाणी की संथ्या पढ़न सुनन दा प्यार बख्शिश किया है, क्योंकि असली गुरु ग्रंथ साहिब का जिहड़ा दर्शन है वो बाणी की संथ्या रूप पाठ है। कई प्रेमी होणगे और माला चक के देखण लग पैणगे कि असीं महाराज दे दर्शन करते हैं। असली दर्शन की है कि जड़ा आदि तो मध और संपूर्णता तक सियाणे ज्ञानी पुरुषों तो संथ्या करनी और लगा मात्रा का जो शुद्ध आचारण करना, ते बाणी दे बाकी वख-वख भेद हैगे आ, उन्हां नूं समझना। अज हुण इंसान अपने आप नूं बहुत सियाणा समझ रहा है। स्कूलों विच कॉलेजां यूनीवर्सिटियां विच माया भी खर्चते हाँ और उत्थे दे नियमां अनुसार जो विद्यार्थियों की वर्दी है वो भी आपां पहनते हाँ ते समा भी कढ़ते हाँ। पढ़ी विद्या नूं परपक करने वास्ते अजकल ट्यूशनां का भी बड़ा रिवाज है। साढ़े समय तो घट सी, हुण ते ट्यूशनां का काफ़ी है। ये वख-वख संस्थावां ने स्कूल कॉलेज खोले हुए है। इत्थे भी विदेशों भी विद्या लैण वास्ते लाखां रुपए खर्च करके जाते हैं। ते जदों उस पढ़ाई की लोड़ है, उधर दे टीचर या जां प्रोफैसर प्रिंसीपल जो भी है, उधर दियां पुस्तकां जो उन्हां ते भी बड़ा खर्चा, स्कूलों कॉलेजां यूनीवर्सिटियां दी भी फीसां बड़ियां भारियां हैं। करजा चक के भी करते हैं। प्रदेशों भी लाखां रुपए जाण वास्ते पढ़ाई लिए खर्च करते हैं। ये दुनियावी विद्या है, ये भी जरूरी है कि संसार विच असीं विचरना है। कुली गुली जुली मकान की भी लोड़ है, वस्त्र की भी लोड़ है और भोजन पानी की भी जरूरत है। उहदे वास्ते सारा इंतजाम करते हैं।
ਇਤਨਾ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਅੰਦਰ, ਕਿਉਂਕਿ ਸਰੀਰ 5 ਤੱਤਾਂ ਦਾ ਬਣਿਆ ਆ ਔਰ ਇਹਦੇ ਅੰਦਰ ਇਹਦੇ ਜਿਹੜੇ ਸੂਖਸ਼ਮ ਭਾਵ ਆ ਉਹ ਵੀ ਚੱਲਦੇ ਆ। ਆਕਾਸ਼ ਤੋਂ ਸ਼ਬਦ ਆ, ਔਰ ਸ਼ਬਦ ਦਾ ਸੁਣਨ ਦਾ ਬੇਸ਼ੱਕ ਕੰਨ ਹੈ। ਤੇ ਹਵਾ ਹੈ, ਸੋ ਪਰਸ਼ ਦਾ ਬੇਸ਼ਾ ਚਮੜੀ ਹੈ। ਚਮੜੀ ਤੋਂ ਪਤਾ ਲੱਗਦਾ ਹੈ ਠੰਡੀ ਤੱਤੀ ਹੈ। ਅਗਨ ਦੇਵਤਾ ਹੈ, ਪ੍ਰਕਾਸ਼ ਹੈ, ਅੱਖਾਂ ਦੁਆਰਾ ਹੀ ਦਿਸਦਾ ਪ੍ਰਕਾਸ਼ ਕਿਹੋ ਜਿਹਾ ਹੈ। ਔਰ ਇਸ ਤਰ੍ਹਾਂ ਜਲ ਹੈ, ਰਸਨਾ ਦੁਆਰਾ ਹੀ ਉਹਦੇ ਰਸ ਦਾ ਅਨੁਭਵ ਹੁੰਦਾ ਹੈ। ਧਰਤੀ ਹੈ, ਗੰਧ ਨਾਸਕਾ ਦੁਆਰਾ ਕਿਹੋ ਜਿਹੀ ਦੁਰਗੰਧੀ ਜਾਂ ਸੁਗੰਧੀ ਇਹ ਨਾਸਕਾ ਅਨੁਭਵ ਕਰਦੀ ਹੈ। ਇਹ 5 ਤੱਤਾਂ ਦੇ ਜਿਹੜੇ 5 ਸੂਖਸ਼ਮ ਭਾਵ, ਸੂਖਸ਼ਮ ਵਿਸ਼ੇ ਵੀ ਕਹਿ ਦਿੰਦੇ ਆ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਹਰ ਵੇਲੇ ਸਾਡੇ ਅੰਦਰ ਚੱਲਦੇ ਰਹਿੰਦੇ ਆ। ਇਹਨਾਂ ਵਿਕਾਰਾਂ 'ਤੇ ਕਾਬੂ ਪਾਉਣ ਵਾਸਤੇ ਉਹ ਕਿਹੜੀ ਵਿਦਿਆ ਹੈ ਜਿਹਦੇ ਦੁਆਰਾ ਇਹਨਾਂ ਵਿਕਾਰਾਂ 'ਤੇ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਗੈਰਾ ਇਹਨਾਂ ਦਾ ਹੋਰ ਵੀ ਕਟੰਬ ਬਹੁਤ ਹੈ। ਆਸਾ, ਮਮਤਾ, ਤ੍ਰਿਸ਼ਨਾ ਵਗੈਰਾ ਕਿਵੇਂ ਕਾਬੂ ਪਾਇਆ ਜਾਏ। ਦੁਨਿਆਵੀ ਵਿਦਿਆ ਪ੍ਰਾਪਤ ਕਰਕੇ ਮਾਣ ਲੈ ਲਿਆ, ਇੱਜ਼ਤ ਲੈ ਲਈ, ਪੈਸਾ ਕਮਾ ਲਿਆ, ਚੰਗਾ ਮਕਾਨ, ਚੰਗੀਆਂ ਸਵਾਰੀਆਂ, ਚੰਗੇ ਪਦਾਰਥ, ਸੁੱਖ ਸੁਵਿਧਾ ਸਾਰੀ ਬਣਾ ਲਈ। ਜਿਹੜੇ ਮਨ ਦੇ ਦੋਸ਼ ਸੀ, ਸਰੀਰ ਦੇ ਦੋਸ਼ ਸੀਗੇ, ਔਰ ਚੋਰੀ ਹੈ, ਜਾਰੀ ਹੈ, ਮਾੜੇ ਪਾਸੇ ਜਾਣਾ, ਮਨ ਦੇ ਸੀ, ਈਰਖਾ ਕਰਨਾ, ਨਫ਼ਰਤ ਵਗੈਰਾ, ਰਸਨਾ ਦੇ ਸੀ, ਕੌੜਾ, ਫਿੱਕਾ, ਨਿੰਦਿਆ, ਚੁਗਲੀ, ਝੂਠ ਵਗੈਰਾ, ਝੂਠੀ ਤੋਹਮਤ ਲਾਉਣੀ, 10 ਦੋਸ਼ ਜਿਹੜੇ ਹੈ ਇਹ ਦੁਨਿਆਵੀ ਵਿਦਿਆ ਨਾਲ ਤਾਂ ਦੂਰ ਹੁੰਦੇ ਨਹੀਂ। ਇੰਨਾ ਪੜ੍ਹ ਵੀ ਗਏ, ਡਿਗਰੀਆਂ ਵੀ ਲੈ ਲਈਆਂ, ਡਿਪਲੋਮੇ ਵੀ ਲੈ ਲਏ, ਬੜੀਆਂ ਪਦਵੀਆਂ ਲੈ ਲਈਆਂ, ਦੋਸ਼ ਜਿਹੜੇ ਹੈ ਉਹ ਉਵੇਂ ਕਿਵੇਂ ਖੜੇ ਹੈ। ਜਿਨ੍ਹਾਂ ਨੂੰ ਭਗਤ ਜੀ ਨੇ ਕਿਹਾ ਇਹਨੂੰ ਦੂਤਨ ਖਲ ਵੱਧ ਕਰ ਮਾਰਿਓ, ਵੱਡੋ ਨਲਾਜ ਅਜਹੋਂ ਨਹੀਂ ਹਾਰਿਓ। ਗੌਤਮ ਨਾਰ ਉਮਾਪਤ ਸੁਆਮੀ, ਸੀਸ ਤਰਨ ਸਹਿਸ ਭਗਗਾਮੀ। ਇਹ ਤਾਂ ਉਵੇਂ ਕਿਵੇਂ ਰਹੇ। ਫਿਰ ਉਹ ਪੜ੍ਹਾਈ ਜਿਹੜੀ ਸੀ ਉਸ ਨੇ ਮੂਲ ਕਾਰਜ ਜਿਹੜਾ ਸੀ ਉਹ ਸਿੱਧ ਨਹੀਂ ਕੀਤਾ। ਜੰਮਣ ਮਰਨ ਦਾ ਜਿਹੜਾ ਚੱਕਰ ਸੀ ਉਹ ਮਿਟਾਇਆ ਨਹੀਂ। ਤੇ ਬਾਕੀ ਇਹ ਜਿਹੜਾ ਸੀ, ਇਹ 4 ਚੀਜ਼ਾਂ ਤਾਂ ਪਸ਼ੂ ਪੰਛੀਆਂ 'ਚ ਵੀ ਹੈਗੀਆਂ। ਨਿੰਦਰਾ ਭੋਜਨ ਭੋਗ ਪੈ, ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾ ਪਸ ਜਾਨ। ਸੌਣਾ ਜਿਹੜਾ ਸਾਰਿਆਂ 'ਚ ਹੀ ਹੈਗਾ। ਭੋਜਨ ਜਿਹੋ ਜਿਹੇ ਕਿਸੇ ਦੀ ਜੂਨ ਆ ਉਹੋ ਜਿਹਾ ਉਹਦਾ ਭੋਜਨ ਹੈ। ਭੈ ਜਿਹੜਾ ਡਰਿਆ ਇਹ ਵੀ ਇੱਕ ਦੂਏ ਨੂੰ ਹੈਗਾ ਸਾਰਿਆਂ ਨੂੰ।
ਬੱਚੇ ਪੈਦਾ ਕਰਨ ਦੀ ਕਿਰਿਆ ਇਹ ਵੀ ਚੱਲੀ ਚਲਾਈ ਜਾਂਦੀ ਹੈ। ਫਿਰ ਇਹ ਚਾਰ ਚੀਜ਼ਾਂ ਪਸ਼ੂਆਂ, ਪੰਛੀਆਂ, ਮਨੁੱਖਾਂ ਦੀਆਂ ਆਪਸ ਵਿੱਚ ਰਲਦੀਆਂ। ਇਹ ਮਨੁੱਖ ਜਨਮ ਦੀ ਵਿਸ਼ੇਸ਼ਤਾ ਕੀ ਹੋਈ? ਉਹ ਵੀ ਉੱਥੇ ਖੜੇ, ਇਹ ਵੀ ਇੱਥੇ ਖਲੋਤਾ। ਗ੍ਰੰਥਕਾਰ ਕਹਿੰਦੇ ਨਰਨ ਗਿਆਨ ਨਿਜ ਅਦਕਤਾ, ਬੰਦੇ ਵਿੱਚ ਗਿਆਨ ਦੀ ਅਦਕਤਾ ਵਿਸ਼ੇਸ਼ਤਾ ਆ। ਉਹ ਕਿਹੜਾ ਗਿਆਨ? ਆਪਣੀ ਆਤਮਾ ਦਾ ਗਿਆਨ। ਜੇ ਉਹ ਪ੍ਰਾਪਤ ਨਹੀਂ ਕੀਤਾ, ਕਹਿੰਦੇ ਗਿਆਨ ਬਿਨਾਂ ਪਸ ਜਾਨ। ਉਹਦਾ ਜੂਨੀ ਕਰਕੇ ਪਸ਼ੂ ਹੈ, ਮਨੁੱਖ ਹੁੰਦਾ ਵੀ ਪਸ਼ੂ ਹੈ। ਉਹ ਅੰਗਰੇਜ਼ੀ ਵਾਲੇ ਕਹਿੰਦੇ ਮੈਨ ਇਜ਼ ਏ ਐਨੀਮਲ, ਇਹ ਵੀ ਪਸ਼ੂ ਹੈ। ਕੋ ਨਾਨਕ ਸੇ ਅਸਲ ਖਾਰਜੇ ਬਿਨ ਗੁਣ ਗਰਭ ਕਰੰਤ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਇਸ ਵਾਸਤੇ ਮਨੁੱਖ ਜਨਮ ਦੀ ਵਿਸ਼ੇਸ਼ਤਾ ਤਾਂ ਹੀ ਸੀ ਜੇ ਵਿਸ਼ੇਸ਼ ਬੁੱਧੀ ਨੂੰ ਪ੍ਰਾਪਤ ਕਰਕੇ ਜਿਹੜਾ ਸਾਡੇ ਤਿੰਨਾਂ ਸਰੀਰਾਂ ਨੂੰ, ਇੰਦਰੀਆਂ, ਮਨ, ਬੁੱਧੀ ਨੂੰ, ਸਾਰੇ ਖੰਡਾਂ ਬ੍ਰਹਿਮੰਡਾਂ ਨੂੰ ਪ੍ਰਕਾਸ਼ ਕਰਨ ਵਾਲਾ ਪਰਮੇਸ਼ਰ ਹੈ, ਉਸ ਦੇ ਪ੍ਰਕਾਸ਼ ਨੂੰ ਪਾ ਕੇ ਉਸ ਪ੍ਰਕਾਸ਼ ਵਿੱਚ ਲੀਨ ਹੁੰਦਾ। ਜੇ ਨਹੀਂ ਹੋਇਆ ਤੇ ਫਿਰ ਇਹਨੂੰ ਸੰਸਾਰ 'ਤੇ ਆ ਕੇ ਕੀ ਖੱਟੀ ਖੱਟੀ, ਉਹ ਜਿੰਨਾ ਕੀਤਾ ਸੀ ਸਾਰਾ ਵਿਅਰਥ ਹੈ। ਉਹ ਕਬਾੜਖਾਨਾ ਸੀ, ਜਿੰਨਾ ਮਰਜ਼ੀ ਇਕੱਠਾ ਕਰੀ ਜਾਂਦਾ, ਉਹਦਾ ਕੋਈ ਮੁੱਲ ਨਹੀਂ। ਇਸ ਵਾਸਤੇ ਜਿਹੜੀ ਬਾਣੀ ਹੈ, ਪਹਿਲੇ ਯੁਗਾਂ 'ਚ ਵੀ ਮਹਾਂਪੁਰਖ ਹੋਏ ਆ, ਉਹਨਾਂ ਨੇ ਵੀ ਧਰਮ ਸ਼ਾਸਤਰ ਬਣਾਏ। ਉਹ ਵਿਅਰਥ ਨਹੀਂ ਸੀ। ਉਸ ਸਮੇਂ ਜਿਸ ਤਰ੍ਹਾਂ ਦੇ ਮਨੁੱਖ ਨੂੰ ਲੋੜ ਸੀ, ਬੁੱਧੀਆਂ ਸੀ, ਉਹ ਉਸ ਤਰ੍ਹਾਂ ਦਾ ਉਪਦੇਸ਼ ਦਿੰਦੇ ਰਹੇ। ਜਦੋਂ ਕਲਯੁਗ ਦਾ ਸਮਾਂ ਆਇਆ, ਭਾਵੇਂ ਇਸ ਯੁੱਗ 'ਚ ਵੀ ਬੜੀਆਂ ਪੁਸਤਕਾਂ ਲਿਖੀਆਂ ਜਾ ਰਹੀਆਂ, ਕੋਈ ਹਿਸਾਬ ਕਿਤਾਬ ਨਹੀਂ, ਪਰ ਅਧਿਆਤਮ ਬਾਣੀ ਤੋਂ ਬਿਨਾਂ ਬਾਕੀ ਜਿੰਨੇ ਵੀ ਗਿਆਨ ਆ, ਕੁਝ ਲਾਭ ਤੇ ਹੈ, ਪੂਰਾ ਨਹੀਂ। ਕਿਉਂਕਿ ਉਹ ਜਿੰਨੇ ਗਿਆਨ ਆ ਅਧੂਰੇ ਹੈ, ਸੰਪੂਰਨ ਨਹੀਂ। ਬਾਣੀ ਜਿਹੜੀ ਹੈ ਸੰਪੂਰਨ ਗਿਆਨ ਆ। ਇਹ ਬਾਣੀ ਮਹਾਂਪੁਰਖ ਦੀ, ਇਹ ਮਹਾਂਪੁਰਸ਼ਾਂ ਦੀ ਬਾਣੀ ਹੈ। ਮਹਾਂਪੁਰਖਨ ਕੀ ਮਨਹਿ ਅਤਾਰਨ ਮਾਨ ਕੋ, ਇਹ ਮਨ ਦਾ ਮਾਣ ਹੰਕਾਰ ਦੂਰ ਕਰਨ ਵਾਲੀ, ਵਿਕਾਰਾਂ ਨੂੰ ਦੂਰ ਕਰਨ ਵਾਲੀ। ਅਕਾਲ ਮੂਰਤ ਹੈ ਸਾਧ ਸੰਤਨ ਕੀ, ਠਾਹਰ ਨੀਕੀ ਧਿਆਨ ਕੋ। ਧਿਆਨ ਮਨ ਨੂੰ ਇਕਾਗਰ ਕਰਨ ਦਾ ਵੀ ਇਹ ਸਾਧਨ ਹੈ। ਅਕਾਲ ਦਾ ਸਰੂਪ ਉੱਚਾ ਭੇਦ ਕਰਨ ਵਾਲੀ ਹੈ। ਹੁਣ ਆਪਾਂ ਸਕੂਲਾਂ ਕਾਲਜਾਂ 'ਚ ਵੀ ਜਾਂਦੇ ਹਾਂ, ਪਹਿਲਾਂ ਤਾਂ ਪਾਠ ਪੜ੍ਹਾਇਆ ਜਾਂਦਾ। ਹੁਣ ਪ੍ਰਾਇਮਰੀ 'ਚ ਵੀ ਪਹਿਲਾਂ ਵਰਣਮਾਲਾ ਹੁੰਦੀ ਹੈ, ਮਹਾਰਨੀ ਕਹਿ ਦਿੰਦੇ ਆ। ਉਹਨਾਂ ਦਾ ਆਚਾਰਨ ਸ਼ੁੱਧ ਕਰਨਾ, ਹੁਣ ਤਾਂ ਉਹ ਛੱਡ ਹੀ ਦਿੱਤਾ ਕੰਮ। ਅੱਗੇ ਹੁੰਦਾ ਸੀ ਬੜਾ ਹੇਕ ਲਾ ਕੇ ਐੜਾ ਮੁਕਤਾ ਆ ਕੰਨਾ, ਇਹ ਸਿਆਰੀ ਈ ਵਿਹਾਰੀ, ਉਹ ਔਂਕੜ ਉਹ ਦਲੈਂਕੜੇ, ਇਹ ਲਾਮ ਐ ਦਲਾਮਾ, ਉਹ ਹੋੜਾ ਔ ਕਨੋੜਾ, ਅੰਗ ਟਿੱਪੀ ਆਮ ਬਿੰਦੇ। ਇਹ ਜਿਹੜੇ ਅੱਖਰ ਇੱਕ 'ਚ ਫਿੱਟ ਕਰਦੇ, ਜਿਹੜੇ ਦੂਏ ਅੱਖਰ ਆ ਉਹਨਾਂ ਨੂੰ ਸਾਰੀਆਂ ਲਗਾਂ ਲੱਗ ਜਾਂਦੀਆਂ। ਪਹਿਲਾਂ ਪਕਾਇਆ ਜਾਂਦਾ ਸੀ, ਉਹ ਫਿਰ ਅੱਖਰਾਂ ਦੀ ਜਿਹੜੀ ਪ੍ਰੋਨਾਂਸੀਏਸ਼ਨ, ਉਚਾਰਨ ਦਾ ਢੰਗ ਸੀ, ਜਿਹੜੇ ਸ਼ੁੱਧ ਹੋ ਜਾਂਦਾ ਸੀ ਨਾ,
ਇਹ ਉਹਨਾਂ ਦਾ ਜੋੜ ਤੋੜ ਹੁੰਦਾ ਸੀ। ਇਹ ਭਲਾਵੇਂ, ਇਹ ਜੁੜਵੇਂ, 2-2, 3-3, 4-5, 5 ਇਸ ਤਰ੍ਹਾਂ ਫਿਰ ਉਹ ਇੱਕ ਲੈਸਨ ਬਣ ਗਿਆ। ਉਹਨਾਂ 'ਚ ਕਹਾਣੀਆਂ, ਫਿਰ ਕੋਈ ਸਿੱਖਿਆ ਸੁੱਖਿਆ ਵੀ ਨਾਲ ਦਿੰਦੇ ਸੀ। ਸੋ ਇਸ ਵਾਸਤੇ ਫਿਰ ਉਹ ਪਾਠ, ਚਾਹੇ ਕੋਈ ਵੀ ਵਿਦਿਆ ਹੈ, ਬੇਅੰਤ ਪ੍ਰਕਾਰ ਦੀਆਂ ਬੋਲੀਆਂ ਵਿਦਿਆ ਹੈਗੀਆਂ, ਉਹਦਾ ਸ਼ੁੱਧ ਉਚਾਰਨ, ਉਹ ਫਿਰ ਪਾਠ ਪੜ੍ਹਾ ਕੇ ਫਿਰ ਉਹਦਾ ਅਰਥ ਪੜ੍ਹਾਉਂਦੇ ਆ। ਇਹ ਲਿਖਣ ਦਾ ਵੀ ਹੁੰਦਾ ਸੀ, ਕਾਪੀਆਂ ਲਕੀਰਾਂ ਵਾਲੀਆਂ, ਵੀ ਕਿਹੜਾ ਅੱਖਰ ਕਿੰਨੀਆਂ ਕਿੰਨੀਆਂ ਖਾਨਿਆਂ 'ਚ ਪੂਰਾ ਹੁੰਦਾ, ਉਹ ਸ਼ੁੱਧ ਕਰਾਉਂਦੇ ਸੀ ਨਾ। ਇਹ ਸੀ ਵਿਧੀ। ਜਿਵੇਂ ਵਿਧੀ ਨਾ ਕੁੰਜੀ ਨਾ ਜਾਂਦਾ ਖੁੱਲ੍ਹਦਾ, ਇੱਕ ਹੁੰਦਾ ਵਿੱਚ ਅਰਲਾ ਡਾ ਕੇ ਕੁੰਡਾ ਜਾਂਦਾ ਪੱਟ ਕੇ ਫਿਰ ਅੰਦਰ ਵੜਨਾ। ਹੁਣ ਅੱਜ ਕੱਲ੍ਹ ਧੱਕੜ ਕੰਮ ਚੱਲਿਆ ਜ਼ਿਆਦਾ, ਵਿਧੀ ਛੱਡੀ ਜਾਂਦੇ ਆ। ਜਿਹੜਾ ਅਵਿਧੀ ਪੂਰਵਕ ਕੰਮ ਆ ਨਾ, ਉਹ ਕੋਈ ਵੀ ਹੈ, ਉਹਦੇ 'ਚ ਨੁਕਸਾਨ ਜ਼ਿਆਦਾ ਹੁੰਦਾ, ਲਾਭ ਬਹੁਤ ਘੱਟ ਹੁੰਦਾ। ਹੁਣ ਇਸ ਤਰ੍ਹਾਂ ਚੋਰ ਚੂਰ ਆ, ਜੰਦੇ ਜੁੰਦੇ ਵੱਢ ਕੇ ਕੁੰਡੇ ਪੁੱਟ ਕੇ ਤਾਂ ਲੈ ਤਾਂ ਜਾਂਦੇ ਆ, 4 ਦਿਨ ਮੌਜ ਮੇਲਾ ਫੜੇ ਜਾਣ, ਫਿਰ ਜਿਉਂ ਸੰਨੀ ਉੱਪਰ ਚੋਰ, ਜਿਹੜਾ ਆਉਂਦਾ ਉਹਦਾ ਡਾਂਗ ਵੀ ਬੜੀ ਫੇਰਦਾ ਉਹਨੂੰ, ਕਿਉਂਕਿ ਵਿਧੀ ਪੂਰਵਕ ਕੰਮ ਕੀਤਾ, ਅਤੇ ਉਹਦੀ ਸਜ਼ਾ ਵੀ ਹੁੰਦੀ ਹੈ। ਵਿਦਿਆ ਦਾ ਵੀ ਇਸ ਤਰ੍ਹਾਂ ਹੀ ਹੈ। ਅਤੇ ਜਦੋਂ ਵਿਧੀ ਮਰਜ਼ਾਦਾ ਦੇ ਨਾਲ ਕੋਈ ਪਾਠ ਜਾਂ ਉਹਦਾ ਅਰਥ ਬੋਧ, ਫਿਰ ਉਹਦਾ ਇਮਤਿਹਾਨ ਵਗੈਰਾ ਦੇਖ ਕੇ ਫਿਰ ਉਸਤਾਦ ਦੁਆਰਾ ਕੋਈ ਪ੍ਰਮਾਣ ਪੱਤਰ ਪ੍ਰਾਪਤ ਕੀਤਾ ਜਾਏ, ਉਹ ਫਿਰ ਜਿੱਧਰ ਵੀ ਜਾਂਦਾ ਉਹਨੂੰ ਸਤਿਕਾਰ ਮਿਲਦਾ। ਅਤੇ ਜੇ ਪ੍ਰਮਾਣ ਪੱਤਰ ਇਹ ਹੈ ਨਹੀਂ, ਹੁਣ ਅੱਜ ਕੱਲ੍ਹ ਇਉਂ ਵੀ ਹੈ, ਇਮਤਿਹਾਨ ਕੋਈ ਦਿੰਦਾ, ਸਰਟੀਫਿਕੇਟ ਕਿਸੇ ਨੂੰ ਮਿਲਦਾ, ਇਉਂ ਵੀ ਕਰੀ ਜਾਂਦੇ ਆ। ਪਰ ਉਹ ਬੜਾ ਵਿਦਿਆ ਦੇ ਨਾਲ ਆਪਣੇ ਆਪ ਸਮਾਜ ਨਾਲ ਵੀ ਧੋਖੇ ਵਾਲੀ ਗੱਲ ਹੈ। ਗਿਆਨ ਇਸ ਤਰ੍ਹਾਂ ਪ੍ਰਾਪਤ ਨਹੀਂ ਹੁੰਦਾ। ਕਈ ਇਉਂ ਡਾਕਟਰ ਬਣ ਗਏ, ਆਪਰੇਸ਼ਨ ਕੀਤਾ, ਵਿੱਚ ਪੱਟੀਆਂ ਰਹਿ ਗਈਆਂ, ਵਿੱਚ ਔਜ਼ਾਰ ਰਹਿ ਗਿਆ, ਫਿਰ ਉਹ ਜਿਹੜੇ ਇਹੋ ਜਿਹੇ ਆ, ਉਹ ਇਹੋ ਜਿਹੇ ਕੰਮ ਕਰਦੇ ਆ, ਕਿਉਂਕਿ ਪੂਰੀ ਮਾਰ ਨਹੀਂ ਨਾ ਖਾਧੀ ਉਸਤਾਦਾਂ ਦੀ। ਉਹ ਮਰੀਜ਼ ਦੀ ਜਾਨ ਦੇ ਬੈਰੀ ਹੈ। ਇਸ ਵਾਸਤੇ ਨੀਮ ਹਕੀਮ ਖਤਰਾਏ ਜਾਨ ਵਾਲੀ ਗੱਲ ਬਣ ਜਾਂਦੀ। ਇਸ ਤਰ੍ਹਾਂ ਕੋਈ ਵੀ ਵਿਦਿਆ ਹੈ, ਉਹ ਉਸਤਾਦ ਦੁਆਰਾ ਪਿੱਛੇ ਵੀ ਹੁਣ ਗਾਂਹ ਵੀ ਪ੍ਰਾਪਤ ਹੁੰਦੀ ਹੈ। ਸੋ ਇਸ ਵਾਸਤੇ ਆ ਪਿੱਛੇ ਚੱਲਿਆ 550 ਸਾਲਾ ਬੜਾ ਇਕੱਠ ਮੱਠ ਹੋਇਆ, ਇੰਨੇ ਹਜ਼ਾਰ ਜੀ ਸਹਿਜ ਪਾਠਾਂ ਦੇ ਭੋਗ ਪਾਉਣੇ ਆ। ਅਸੀਂ ਦੂਰ ਬੈਠੇ ਸੁਣਦੇ ਸੀ, ਭੋਗ ਜਿਹੋ ਜਿਹਾ ਪੈ ਰਹੇ ਸੀ, ਇੰਨਾ ਅਸ਼ੁੱਧ ਪਾਠ, ਸਾਰਾ ਤੋਂ ਕਿਹਨੂੰ ਸੁਣਨਾ ਸੀ, ਸਲੋਕ ਹੀ ਸੁਣਨੇ ਸੀ, ਕੋਈ ਪਤਾ ਹੀ ਨਹੀਂ। ਇੰਨੇ ਪਾਠ ਹੋ ਰਹੇ ਆ, ਇੰਨੇ ਲੜੀਆਂ ਚੱਲ ਰਹੀਆਂ, ਭੋਗ ਪੈ ਰਹੇ ਆ, ਦੁਨੀਆ ਫੇਰ ਕਰਕਣ 'ਤੇ ਆਈ ਹੋਈ ਹੈ। ਉਹ ਪੁੱਠਾ ਪੈ ਰਿਹਾ। ਹਥਿਆਰ ਉਸਤਾਦ ਦੁਆਰਾ ਸਿੱਖ ਕੇ ਵਰਤਾਂਗੇ, ਆਪਣੀ ਰੱਖਿਆ ਕਰੂਗਾ, ਦੁਸ਼ਮਣ ਦਾ ਨਾਸ਼ ਕਰੂਗਾ। ਅਤੇ ਜੇ ਅਣਜਾਣ ਨੂੰ ਫੜਾ ਦਿਓ, ਉਹ ਆਪਣਾ ਘਾਤ ਕਰ ਲਏਗਾ ਨਾ, ਉਹ ਆਪਣੇ ਵੀ ਸੀ ਪਿਆਰ ਵਾਲੇ। ਅਤੇ ਮੈਂ ਕੇਸਗੜ੍ਹ ਸਾਹਿਬ ਦਰਸ਼ਨ ਲੈ ਗਿਆ, ਉਹ ਵੀ ਆਏ ਕੀਰਤਪੁਰ ਹਸਤੀਆਂ ਪ੍ਰਵਾਹ ਕਰਕੇ, ਅਤੇ ਉੱਥੇ ਮਹਾਰਾਜ ਦੇ ਮੱਥਾ ਟੇਕਣ ਆਏ। ਆਪਣੇ ਖਾਸ ਸੀਗੇ, ਮਹਾਂਪੁਰਖਾਂ ਦੇ ਪਰਿਵਾਰ 'ਚੋਂ ਹੀ ਸੀ, ਗੁਰਮੁਖ, ਬੜੇ ਸਤਿਕਾਰਤ ਪਰਿਵਾਰ ਹੈ। ਮੈਂ ਕਿਹਾ ਜੀ ਕੀ ਕਾਰਨ? ਕਹਿੰਦੇ ਮਹਾਰਾਜ ਭੁਜੰਗੀ ਜਿਹੜਾ ਸੀ, ਉਹ ਰਿਵਾਲਵਰ ਫੜ ਲਿਆ, ਉਹ ਕਰਦਾ ਰਿਹਾ,
ਇਉਂ ਕਿਤੇ ਕਰ ਲਿਆ, ਕਲਾ ਨੱਪੀ ਗਈ ਨਾਲ ਹੀ। ਹਥਿਆਰ ਤੇ ਰੱਖਿਆ ਵਾਸਤੇ ਸੀ, ਬੈਰੀ ਬਣ ਗਿਆ ਨਾ। ਚਾਹੇ ਸ਼ਾਸਤਰ ਹੈ ਚਾਹੇ ਸ਼ਸਤਰ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੁਗਰੇ ਕਾ ਹੈ ਨਾ ਬੁਰਾ। ਜਿਹੜਾ ਨੁਗਰਾ ਆਦਮੀ ਹੈ ਉਹਦੇ ਸਾਰੇ ਕੰਮ ਇਸ ਤਰ੍ਹਾਂ ਦੇ ਹੁੰਦੇ ਆ। ਅੱਜ ਹੁਣ ਬਾਕੀ ਸਾਰੇ ਪਾਸੇ ਅਸੀਂ ਵਿਦਿਆ ਲੈਣ ਦੀ, ਉਸਤਾਦ ਦੀ ਜ਼ਰੂਰਤ ਸਮਝਦੇ ਹਾਂ। ਇਹ ਜਿਹੜੀ ਰੂਹਾਨੀਆਂ ਦੀ ਵਿਦਿਆ ਆਪਣੇ ਆਪੇ ਅਸੀਂ ਪਾਠੀ ਹਾਂ, ਆਪੇ ਗਿਆਨੀ ਹਾਂ, ਆਪੇ ਧਿਆਨੀ ਹਾਂ, ਆਪੇ ਸੰਤ ਮਹੰਤ ਬਣੇ ਬੈਠੇ ਹਾਂ। ਲੋੜੇ ਨਹੀਂ ਸਮਝਦੇ। ਪਰ ਇਹ ਕਾਰਜ ਜਿਉਂ ਕਦੀ ਸਿੱਧ ਨਹੀਂ ਹੁੰਦਾ। ਹੁਣ ਕਈ ਤਾਂ ਅੱਖਰ ਲਿਖੇ ਸਹੀ ਗਾਵਾਂ, ਅਵਰ ਨਾ ਜਾਣਾ ਬਾਣੀ ਜੀਓ। ਅੱਖਰ ਤਾਂ ਲਿਖਣ ਵਾਲਾ ਲਿਖ ਗਿਆ, ਅੱਖਰਾਂ ਨੂੰ ਗਾਉਣ ਦਾ ਢੰਗ ਵੀ ਤਾਂ ਕਿਤੇ ਸਿੱਖਣਾ ਹੀ ਪਊਗਾ। ਅੱਖਰਾਂ ਦੇ ਉਚਾਰਨ ਦਾ ਢੰਗ ਵੀ ਸਿੱਖਣਾ ਪਊਗਾ, ਗਾਉਣ ਦਾ ਵੀ ਸਿੱਖਣਾ ਪਊ। ਜਿਹਦੇ ਨਾਲ ਗਾਉਣਾ ਉਹ ਸਾਜ਼ ਵੀ ਕਿਤੋਂ ਸਿੱਖਣਾ ਪਊਗਾ। ਫਿਰ ਇਹਦਾ ਅਰਥ ਬੋਧ ਹੈ ਉਹ ਵੀ ਸਿੱਖਣਾ ਪਊ। ਔਰ ਇੱਧਰ ਲੋੜ ਨਹੀਂ ਸਮਝਦੇ, ਇੱਧਰ ਲੋੜ ਨਹੀਂ ਸਮਝਦੇ। ਉਹ ਗੱਲ ਇਹ ਹੈ ਵੀ ਕੰਮ ਸਾਰਿਆਂ ਦਾ ਚੱਲੀ ਜਾਂਦਾ। ਸਾਡੇ ਸੰਤ ਸੀ ਬਾਬਾ ਤਰਲੋਕ ਸਿੰਘ ਜੀ ਖਵਾਜੇ ਖੜਕ, ਮਹਾਰਾਜ ਹਰਕਲੀਆਂ ਦੇ ਗੁਰਭਾਈ ਸੀ। ਉਹ ਸੰਤ ਹਲਕੇ ਕੁੱਤੇ ਦਾ ਇਲਾਜ ਮੰਤਰ ਨਾਲ ਵੀ ਕਰਦੇ ਸੀ। ਔਸ਼ਧੀ ਦੇ ਵੀ, ਅਧਿਆਤਮਵਾਦੀ ਸਾਰੇ ਗੁਣ ਸੀ। ਉਹਨਾਂ ਦਾ ਇੱਕ ਪ੍ਰੇਮੀ ਸੀ ਤੇਜਾ ਸਿੰਘ, ਚੜਾ ਛਟਾਂਗ ਸੀ ਅਤੇ 4 ਕਿੱਲੇ ਸੀ ਉਹ ਸਥਾਨ ਨੂੰ ਦੇ ਦਿੱਤੇ। ਬੜਾ ਸੁੰਦਰ ਉੱਥੇ ਸਥਾਨ ਬਣਿਆ, ਸਰੋਵਰ। ਬਹੁਤ ਸੰਗਤਾਂ ਦਾ ਭਲਾ ਹੋ ਰਿਹਾ। ਉਹਨੂੰ ਵੀ ਮੰਤਰ ਦੱਸਤਾ। ਸੰਤ ਇੱਕ ਦਿਨ ਕਹਿੰਦੇ ਵੀ ਤੇਜਾ ਸਿੰਘ ਮੰਤਰ ਸੁਣਾਵੇ, ਸ਼ੁੱਧ ਪੜ੍ਹਦਾ। ਉਹ ਮੰਤਰ ਜਿਹੜੇ ਉਹਨੇ ਸੁਣਾਇਆ ਅਤੇ ਉਹ ਸ਼ੁੱਧ ਸੀ। ਅਤੇ ਬਾਬਾ ਜੀ ਮਹਾਰਾਜ ਕਹਿੰਦੇ ਵੀ ਤੇਜਾ ਸਿੰਘ ਤੂੰ ਮੰਤਰ ਸ਼ੁੱਧ ਪੜ੍ਹਦਾ। ਉਹਨੇ ਇਹ ਤਾਂ ਨਹੀਂ ਕਿਹਾ ਵੀ ਸ਼ੁੱਧ ਕਰਾ ਦਿਓ। ਕਹਿੰਦਾ ਮਹਾਰਾਜ ਸ਼ੁੱਧ ਦਾ ਕੋਈ ਨਹੀਂ, ਜਿਹਦਾ ਮੰਤਰ ਕਰਦੇ 2.5 ਰੁਪਏ ਦੇ ਜਾਂਦੇ ਆ। ਹੁਣ ਸਾਡੇ ਭਾਈਆਂ ਦਾ ਵੀ ਇਹ ਹਾਲ ਆ। ਸ਼ੁੱਧ ਪੜ੍ਹੀ ਚਲੋ, ਸ਼ੁੱਧ ਪੜ੍ਹੀ ਚਲੋ, ਪੂਜਾ ਇੱਕੋ ਜਿਹੀ ਹੈ। ਜਦੋਂ ਪੂਜਾ ਸਾਨੂੰ ਬਰਾਬਰ ਮਿਲੀ ਜਾਂਦੀ ਹੈ, ਚਾਹੇ ਸਕੂਲ ਦੀਆਂ 8-10 ਪੜ੍ਹ ਕੇ ਪਾਠੀ ਬਣਿਆ, ਚਾਹੇ ਕਦੋਂ ਸੰਥਿਆ ਕੀਤੀ ਹੈ, ਉਹ ਫਿਰ ਸੰਥਿਆ ਕਰਨ ਦੀ ਖੇਚਲ ਕਿਉਂ ਕਰੂਗਾ? ਕਰੇਗਾ ਖੇਚਲ। ਅਸੀਂ ਇੱਥੇ ਖੜ੍ਹੇ ਹਾਂ ਅਤੇ ਫਿਰ ਦੱਸੋ, ਘਰ ਵਾਲਿਆਂ ਨੇ ਵੀ ਪੈਸੇ ਦੇ ਦਿੱਤੇ, ਹੁਣ ਵੀ ਲੈ ਲੈ, ਦੁੱਧ ਮਲਾਈਆਂ ਵੀ ਖਿਲਾਈਆਂ ਪਿਲਾਈਆਂ। ਅਤੇ ਜਿਹੜਾ ਅਸ਼ੁੱਧ ਪਾਠ ਕੀਤਾ ਉਹ ਘਰਦਿਆਂ ਨਾਲ ਵੀ ਧੋਖਾ, ਆਪਣੇ ਨਾਲ ਆਪਣਾ ਵੀ, ਅਤੇ ਗੁਰੂ ਮਹਾਰਾਜ ਦੇ ਕਟਹਿਰੇ 'ਚ ਵੀ ਆਪਾਂ ਜਵਾਬ ਦੇ ਹਾਂ। ਪਰ ਇੱਧਰ ਸਮਝਦੇ ਨਹੀਂ। ਮੁਸਲਮਾਨ ਜਿਹੜੇ ਬਲੈਤਾਂ 'ਚ ਲੈ ਲਓ, ਕਿਤੇ ਲੈ ਲਓ, ਜਦੋਂ ਸਕੂਲੋਂ ਪੜ੍ਹ ਕੇ ਆਉਂਦੇ ਹਨ ਮਦਰਸੇ ਤੋਂ, ਸਿੱਧੇ ਮਸੀਤ ਜਾਂਦੇ ਆ। 9-9 ਸਾਲ ਦੇ, 11-11 ਸਾਲ ਦੇ ਉਹਨਾਂ ਦੇ ਬੱਚੇ ਨੇ। ਅਰਬੀ 'ਚ ਆ ਕੁਰਾਨ ਸ਼ਰੀਫ, ਉਹਨਾਂ ਨੂੰ ਪੜ੍ਹਨਾ ਹੀ ਪੈਂਦਾ। ਅਸੀਂ ਫਰਜ਼ ਨਹੀਂ ਸਮਝਦੇ। ਅਸੀਂ ਆ ਵੀ ਜਿਹਨੂੰ ਕੋਈ ਧੰਦਾ ਨਹੀਂ ਮਿਲਦਾ ਨਾ, ਚਲੋ ਆਪਾਂ ਇੱਧਰ ਤੁਰ ਪੈਂਦੇ ਹਾਂ। ਗੱਜ ਕੇ ਬੋਲੋ, ਇਵੇਂ ਸਰੀ ਜਾਂਦਾ। ਨਾਲੇ ਏਸੀ ਲੱਗੀ ਹੋ, ਵਧੀਆ ਹੋਏਗਾ, ਸਿਆਲ ਨੂੰ ਵੀ ਹੀਟ ਹੋਏਗੀ। ਬਾਬਾ ਜੀ ਵੀ ਕਹਿਣਗੇ ਇੱਧਰ ਮੌਜ ਹੈ ਵੀ ਟੋਕਰੀ ਨਹੀਂ ਢੋਣੀ ਪਏਗੀ, ਹਲ ਨਹੀਂ ਵਾਹੁਣਾ ਪਏਗਾ, ਕੋਈ ਦੁਕਾਨਦਾਰੀ ਹੋਰ ਵਪਾਰ ਨਹੀਂ। ਇਹ ਵਧੀਆ ਕੰਮ ਹੈ। ਇਹ ਖਾਣ ਪੀਣ ਨੂੰ ਵੀ ਚੰਗਾ, ਕੱਪੜਾ ਲੀੜਾ ਵੀ, ਲੋਕ ਸਤਿਕਾਰ ਪਿਆਰ ਵੀ ਕਰਦੇ।
ਕਰਾਉਣਾ ਚਾਹੀਦਾ, ਪਰ ਜਿਹੜੇ ਪਾਸੇ ਜਾਣਾ ਉਸ ਪਾਸੇ ਦਾ ਨੌਲੇਜ ਹੋਣਾ ਚਾਹੀਦਾ। ਗੱਜ ਕੇ ਬੋਲੋ। ਕਰਨਾ ਵੀ ਚਾਹੀਦਾ, ਕਰਾਓ ਬਈ, ਪਰ ਕੋਈ ਬਣ ਕੇ ਕਰਾਓ, ਧੋਖੇ ਨਾਲ ਨਹੀਂ। ਸੋ ਇਸ ਵਾਸਤੇ ਸ਼ੁੱਧੀ ਜਿਹੜੀ ਹੈ, ਹੁਣ ਦੇਖੋ ਇਤਿਹਾਸ ਦੇ ਹੀ ਪ੍ਰਸੰਗ ਹੈ, ਕੋਈ ਆਪਣੇ ਤਾਂ ਬਣਾਏ ਨਹੀਂ। ਪਾਤਸ਼ਾਹ ਬੈਠੇ ਸੀ, ਇੱਕ ਸਿੰਘ ਬੜੀ ਧੁਨ ਦੇ ਵਿੱਚ ਦੱਖਣੀ ਓਂਕਾਰ ਨਾਮ ਦੀ ਬਾਣੀ ਪੜ੍ਹ ਰਿਹਾ ਸੀ। ਪੰਗਤੀ ਆ ਗਈ, ਕਰਤੇ ਕੀ ਮਿਤ ਕਰਤਾ ਜਾਣੈ, ਪਾਠ ਸੀ ਕਹਿ ਜਾਣੈ ਗੁਰ ਸੂਰਾ। ਉਹਦਾ ਉਚਾਰਨ ਸੀ ਕੇ ਜਾਣੈ ਗੁਰ ਸੂਰਾ। ਹੁਣ ਇੱਕ ਲਾਮਨਾ ਅਰਥ ਵਿੱਚ ਕਿੰਨਾ ਫਰਕ ਪੈ ਗਿਆ, ਅਨਰਥ ਹੋ ਗਿਆ। ਇਹ ਕਰਤਾ ਤੇ ਜਾਣਦਾ, ਤੇ ਗੁਰੂ ਸੂਰਮਾ ਕੀ ਜਾਣਦਾ? ਜੇ ਗੁਰੂ ਜਾਣਦਾ ਹੀ ਨਹੀਂ ਤੇ ਸਿੱਖ ਨੂੰ ਜਣਾਊਗਾ ਕੀ? ਤੇ ਗੁਰੂ ਪਦ ਦਾ ਕਿਤਨਾ ਅਪਮਾਨ ਹੋਇਆ। ਤੇ ਮਹਾਰਾਜ ਨੇ ਗੁਰਸਿੱਖ ਨੂੰ ਕਿਹਾ ਕਿ ਉਹਨੂੰ ਜਾ ਕੇ ਪਿਆਰ ਨਾਲ ਸਮਝਾਓ। ਕਈ ਤਾਂ ਲਾਪਾਂਦੇ ਜੀ, ਹੁਣ ਜੀ ਚਪੇੜਾ ਮਾਰਨ ਲੱਗ ਪਿਆ ਜੀ ਫਲਾਨਾ। ਹੁਣ ਆਪਣੇ ਕੋਲ ਸੰਥਿਆ ਕਰਨ ਆਉਂਦੇ ਆ ਤੇ ਆਪਾਂ ਇਹ ਥੋੜ੍ਹੀ ਅਗਲੇ ਨੂੰ ਕੁੱਟਣ ਲੱਗ ਪਣ ਨੂੰ, ਭਾਵੇਂ ਅਗਲਾ 50 ਵਾਰੀ ਪੁੱਛੇ। ਪਿਆਰ ਨਾਲ ਸਮਝਾਉਣਾ ਚਾਹੀਦਾ, ਘਬਰਾਉਣਾ ਨਹੀਂ ਚਾਹੀਦਾ। ਉਹ ਪ੍ਰੇਮ ਨਾਲ ਫਿਰ ਉਹਨੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਇਹ ਭੂਰ ਕੱਪ ਕਰਦਾ ਸੀ। ਮਹਾਰਾਜ ਕਹਿੰਦੇ ਨੇ ਵੀ ਭੂਰ ਕੱਪ ਵਾਲੀ ਗੱਲ ਨਹੀਂ, ਬਚਨ ਇਹ ਹੈ ਪਾਠ ਦਾ ਜਿਹੜਾ ਅਸ਼ੁੱਧ ਪੜ੍ਹਨਾ, ਉਹਦੇ ਨਾਲ ਅਰਥ ਦਾ ਅਨਰਥ ਹੋ ਜਾਂਦਾ, ਪਾਪ ਹੋ ਜਾਂਦਾ। ਇੰਨਾ ਤਾਂ ਤੇਰਾ ਠੀਕ ਹੋ ਗਿਆ, ਕਰਤੇ ਕੀ ਮਿਤ ਕਰਤਾ ਜਾਣੇ, ਤਾਂ ਠੀਕ ਹੈ ਵੀ ਕਰਤੇ ਦੀ ਮਿਤ ਮਰਜ਼ਾਦਾ ਨੂੰ ਉਹ ਜਾਣਦਾ। ਹੁਣ ਅੱਗੇ ਸੀ ਕਹਿ ਜਾਣਾ ਗੁਰੂ ਸੂਰਾ ਜਾਂ ਗੁਰੂ ਸੂਰਮਾ ਜਾਣਦਾ। ਤੂੰ ਪਾਠ ਕਰਤਾ ਕੇ ਤੇ ਅਰਥ ਬਣ ਗਿਆ ਵੀ ਗੁਰੂ ਕੀ ਜਾਣਦਾ। ਤੇ ਗੁਰੂ ਦੇ ਪਰਮੇਸ਼ਰ ਦੋ ਹੋ ਗਏ ਨਾ, ਗੁਰੂ ਦੀ ਨਰਾਦਰੀ ਹੋ ਗਈ। ਮਹਾਰਾਜ ਕਹਿੰਦੇ ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿ ਸਮਾਏ, ਉਹ ਅਵਨਾਸੀ ਪੁਰਖ ਹੈ, ਨਾ ਆਵੈ ਨਾ ਜਾਏ। ਜਿਨ ਬਾਣੀ ਆਚਾਰੀਏ ਤਾਂ ਉਹਦੇ ਤੇ ਕਿੰਤੂ ਹੋ ਗਈ। ਕਹਿੰਦੇ ਮਹਾਰਾਜ ਫਿਰ ਹੁਣ ਆਪ ਕਿਰਪਾ ਕਰੋ, ਸੰਥਿਆ ਸ਼ੁੱਧ, ਅਰਥਾਂ ਬਿਨਾਂ ਪੂਰਾ ਬੋਧ ਨਹੀਂ, ਸੰਥਿਆ ਦੇ ਨਾਲ ਥੋੜ੍ਹਾ ਥੋੜ੍ਹਾ ਅਰਥ। ਜੇ ਸਹੀ ਮਾਇਨਿਆਂ 'ਚ ਸੰਥਿਆ ਕੀਤੀ ਜਾਏ ਨਾ, ਬੰਦਾ ਅੱਧਾ ਗਿਆਨੀ ਬਣ ਜਾਂਦਾ। ਇਹ ਦੇਖ ਲਓ ਅਨੁਭਵ ਕਰਕੇ। ਕਿਉਂਕਿ ਪ੍ਰੇਮੀ ਹੁੰਦੇ ਆ, ਉਹ ਪੁੱਛਦੇ ਆ ਬਾਬਾ ਜੀ ਇਹ ਅਰਥ ਕਿਵੇਂ ਹੈ, ਇਹ ਪਾਠ ਕਿਵੇਂ ਹੈ। ਜੇ ਨਾ ਥੋੜ੍ਹਾ ਬਹੁਤ ਦਸੀਏ ਤਾਂ ਉਹ ਸ਼ੰਕਾ ਜੀ ਬਣੀ ਰਹਿੰਦੀ। ਇਸ ਵਾਸਤੇ ਸੋ ਮਹਾਰਾਜ ਨੇ ਫਿਰ ਆਪ ਦੇਖੋ, ਇਹ ਨਹੀਂ ਕਿ ਪਹਿਲਾਂ ਸੰਥਿਆ ਨਹੀਂ ਸੀ ਹੁੰਦੀ, ਗੁਰੂ ਨਾਨਕ ਸਾਹਿਬ ਤੋਂ ਹੁੰਦੀ ਰਹੀ ਹੈ। ਸਮੇਂ ਸਮੇਂ ਦੇ ਨਾਲ ਸੇਵਾ ਲੱਗਦੀਆਂ ਰਹੀਆਂ ਗੁਰਸਿੱਖਾਂ ਦੀਆਂ, ਮਹਾਰਾਜ ਆਪ ਵੀ ਮਿਹਰ ਕਰਦੇ ਰਹੇ। ਫਿਰ 10ਵੇਂ ਪਾਤਸ਼ਾਹ ਨੇ ਤਾਂ ਬਹੁਤ ਵੱਡੀ ਮਿਹਰ ਕਰ ਦਿੱਤੀ। ਆਪ ਜੀ ਦੇ ਨੇੜੇ ਹੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ, ਕਰਤਾਰਪੁਰ ਸਾਹਿਬ ਵਾਲੇ ਸਰੂਪ ਵਿੱਚ ਜਿਵੇਂ 9ਵੇਂ ਪਾਤਸ਼ਾਹ ਦੇ ਸ਼ਲੋਕ ਬਾਣੀ ਸੀ, ਉਹ ਚੜ੍ਹਾ ਕੇ ਕਿਰਪਾ ਕਰਨੀ ਸੀ। ਅਤੇ ਮਹਾਰਾਜ ਨੇ ਬਖਸ਼ਿਸ਼ ਕੀਤੀ। ਆਪਣੇ ਮਖਾਰ ਬਿੰਦ ਤੋਂ ਫਿਰ ਸ਼ੁੱਧ ਬਾਣੀ ਦਾ ਪਾਠ ਸੰਥਿਆ ਕਰਾਉਂਦੇ ਰਹੇ। ਫਿਰ ਮਹਾਰਾਜ ਆਪ ਆਪਣੀ ਰਸਨਾ ਦੁਆਰਾ ਵਿਆਖਿਆ ਵੀ ਕਰਦੇ ਰਹੇ। ਸ਼ੁੱਧ ਪਾਠ ਨੂੰ ਲਿਖਣ ਵਾਲੇ ਸੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ। ਆਪਾਂ ਤਾਂ ਛੋਟੀ ਜਿਹੀ ਲੈਟਰ ਲਿਖੀ ਹੈ ਨਾ, ਕਈ ਵਾਰੀ ਕਈ ਗਲਤੀਆਂ ਹੋ ਜਾਂਦੀਆਂ। ਕਿ ਦੇਖੋ ਕਿੱਡੇ ਬ੍ਰਹਮ ਗਿਆਨੀ ਅਨੁਭਵੀ ਲੋਕ ਸੀਗੇ, ਕਿਤੇ ਵੀ ਘਾਟਾ ਨਹੀਂ, ਕਿਤੇ ਗਲਤੀ ਨਹੀਂ। ਉਹ ਸਰੂਪ ਤਾਂ ਅਸੀਂ ਸੰਭਾਲ ਨਹੀਂ ਸਕੇ ਜੋ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਨੇ ਲਿਖਿਆ ਸੀ। ਉਹਦੇ ਅਤਾਰੇ ਕੀਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ। ਉਹਨਾਂ ਦੇ ਦਰਸ਼ਨ
ਆਪ ਚੋਂ ਵੀ ਸ਼ਾਇਦ ਬਹੁਤਿਆਂ ਨੇ ਕੀਤੇ, ਹੁਣ ਦਾਸ ਨੇ ਕੀਤੇ ਆ ਆਨਪੂਰਵਕ। ਇੱਕ ਤਾਂ ਹੁੰਦਾ ਨਾ ਵਿੱਚੋਂ ਵਿੱਚੋਂ ਦੇ ਲਿਆ, ਕਿਤੇ ਇੱਕ ਵੀ ਕਾਟਾ ਨਹੀਂ, ਲਗ ਮਾਤਰ ਤੱਕ ਦੇ ਫਰਕ ਨੇ। ਕਿੰਨਾ ਉਹਨਾਂ ਦਾ ਮਨ ਇਕਾਗਰ ਹੋਵੇਗਾ, ਕਿਉਂ ਉਹਨਾਂ ਦਾ ਆਪਣਾ ਮਨ ਵੀ ਸ਼ੁੱਧ ਸੀ। ਬਾਣੀ ਹੈ ਤਾਂ ਸ਼ੁੱਧ, ਪਰ ਲਗ ਮਾਤਰ ਦੀ ਇਕਾਈ ਹੋ ਜਾਏ ਤੇ ਪਾਠ ਸ਼ੁੱਧ ਬਣ ਜਾਂਦਾ, ਕਿਤੇ ਕਾਟਾ ਨਹੀਂ। ਕਈ ਭੇਦ ਆ, ਜਿਵੇਂ ਹਾਸ਼ੀਆ ਆ ਜਾਂਦਾ, ਬੇਲ ਆ ਜਾਂਦੀ, ਕੰਨਾ ਲਾਉਣਾ ਸੀ, ਉੱਥੇ ਉਹਨੇ ਕੱਟ ਵੱਢ ਨਹੀਂ ਕੀਤੀ, ਹਾਸ਼ੀਏ ਦੇ ਬਾਅਦ ਗੋਲਿਆਂ ਬਿੰਦੀ ਪਾ ਦਿੱਤੀ। ਉਹਦਾ ਮਤਲਬ ਸੀ ਕਿ ਇਹ ਕੰਨਾ ਆਚਾਰਨਾ, ਗੱਜ ਕੇ ਬੋਲੋ। ਨਾ ਤਾਂ ਉੱਥੇ ਵਿੱਚ ਘਸੋੜਿਆ ਤੇ ਨਾ ਗਾਹਾਂ ਹਾਸ਼ੀਏ 'ਚ ਲਗਾਏ। ਦੇਖੋ ਉਹਨਾਂ ਦੀ ਮਤਲਬ ਕੈਸੀ ਵਿਸ਼ੇਸ਼ ਬੁੱਧੀ ਆ, ਕਮਾਲ ਦੀ ਗੱਲ ਹੈ। ਨਾ ਕਿਤੇ ਛਾਈ ਦਾ ਡੁੱਬ ਘੱਟ ਗਿਆ, ਤੇ ਆਪਾਂ ਤਾਂ ਕਈ ਵਾਰੀ ਅੱਧੀ ਚਿੱਠੀ ਉਵੇਂ ਕਾਲੀ ਕਰ ਲੈਣੀ। ਮਤਲਬ ਮਹਾਂਪੁਰਖ ਪੂਰਿਆਂ ਨਾਲ ਮਿਲ ਕੇ ਪੂਰੇ ਹੋਏ ਹੋਏ ਸੀ। ਇਹ ਪੂਰਿਆਂ ਦੀ ਬਾਣੀ, ਪੂਰਿਆਂ ਦੁਆਰਾ ਹੀ ਪੂਰਨ ਪੁਰਖ ਦਾ ਗਿਆਨ ਕਰਦੀ ਹੈ, ਅਧੂਰਿਆਂ ਦੀ ਥੋੜ੍ਹੀ ਹੈ। ਇਹ ਕੋਈ ਦੁਨਿਆਵੀ ਪੁਸਤਕ ਨਹੀਂ, ਇਹ ਦਰਗਾਹੀ ਚੀਜ਼। ਪਰ ਅੱਜ ਤਾਂ ਹੁਣ ਅਧੂਰੇ, ਉਹ ਕਹਿੰਦੇ ਅਸੀਂ ਜ਼ਿਆਦਾ ਸੰਪੂਰਨ ਹਾਂ। ਅੱਜ 600 ਸਰੂਪ ਬਦਲਾ ਕੇ ਚੀਨ 'ਚੋਂ ਛੁਪਾਇਆ, ਉਹਦਾ ਰੌਲਾ ਰੱਪਾ ਪਿਆ। ਪਿੱਛੇ ਸ੍ਰੀ ਅਕਾਲ ਤਖਤ ਕੱਠ ਮੱਠ ਵੀ ਹੋਇਆ, ਫੈਸਲੇ ਹੋਏ, ਤੇ ਮਤਲਬ ਦੇਖ ਲਓ ਇਹਦੇ ਤੇ ਵੀ ਹੱਥ ਚੁੱਕਣ ਲੱਗ ਪਿਆ। ਉਵੇਂ ਪੜ੍ਹਦੇ ਰੋਜ਼ ਹੈ, ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾ ਹੈ। ਤੇ ਫਿਰ ਵੀ ਦੇਖ ਲਓ, ਪਰ ਇਹ ਸਾਡੀ ਮੁਰਦਿਆਂ ਦੀ ਕੌਮ ਨਹੀਂ ਨਾ। ਫੇਰ ਜਾਗ ਪੰਦੇ ਇਹ ਕੀ ਲੱਗੇ ਕਰਨ, ਪਹਿਰੇਦਾਰ ਤਕੜੇ ਆ, ਉਹ ਹੁਣ ਨਹੀਂ ਨਾ ਦਿੰਦੇ। ਪਹਿਲਾਂ 1952 'ਚ ਵੀ ਕੰਮ ਲੱਗੇ ਹੀ ਕਰਨ। ਤੇ ਇੱਕ ਇਹ ਗੁਰੂ ਗ੍ਰੰਥ ਸਾਹਿਬ ਹੈਗਾ, ਇਹਦੇ ਸਿਰ ਤੇ ਤੁਰੇ ਫਿਰਦੇ ਆ, ਇਹਦੀ ਰੂਪ ਰੇਖਾ ਵਿਗਾੜ ਦਿਓ ਸਿੱਖ ਕੌਮ ਆਪਣੇ ਆਪੇ। ਪਰ ਨਹੀਂ, ਇਹ ਮਹਾਰਾਜ ਦਾ ਪੰਥ ਹੈ, ਘਾਟ ਵੱਧ ਹੁੰਦੀ ਰਹਿੰਦੀ ਹੈ, ਪਰ ਫਿਰ ਵੀ ਗੁਰਸਿੱਖ ਜਿਹੜੇ ਆ, ਮਹਾਂਪੁਰਖ ਆ, ਜਿਨ੍ਹਾਂ 'ਤੇ ਉਹਦੀ ਮਿਹਰ ਆ ਨਾ, ਉਹ ਪਹਿਰਾ ਪਿੱਛੇ ਵੀ ਹੁਣ ਵੀ ਗਾਂ ਵੀ ਉਹਨੇ ਦਿੰਦੇ ਹੀ ਰਹਿਣਾ, ਡਿਊਟੀ ਕਰਦੇ ਆ। ਸੋ ਇਸ ਕਰਕੇ ਬਹੁਤ ਖੁਸ਼ੀ ਹੈ ਕਿ ਬਠਿੰਡਾ ਵਾਸੀ ਸੰਗਤਾਂ, ਸਾਰੇ ਮਾਈ ਭਾਈ ਵੱਖ ਵੱਖ ਗੁਰਦੁਆਰਿਆਂ ਦੇ ਵਿੱਚ ਬਾਬਾ ਜੀ ਨੂੰ ਪਿਆਰ ਦੇ ਨਾਲ, ਨਿਮਰਤਾ ਨਾਲ ਬੇਨਤੀ ਕਰਕੇ ਸੰਥਿਆ ਆਰੰਭ ਕਰਾ ਲੈਂਦੇ ਆ। ਇਹ ਮੱਧ ਜਾਂ ਸੰਪੂਰਨਤਾ 'ਤੇ ਪਾਠ ਰੱਖ ਕੇ, ਭੋਗ ਪਾ ਕੇ, ਕਥਾ ਕੀਰਤਨ ਸਮਾਗਮ ਕਰਾਉਂਦੇ ਆ, ਲੰਗਰ ਦੀਵਾਨ ਸਜਦੇ। ਹੁਣ ਦੇਖੋ ਰੋਜ਼ ਬਾਬਾ ਜੀ ਨੂੰ ਟਾਈਮ ਕੱਢਣਾ ਵੀ ਬੜਾ ਸੌਖਾ ਨਹੀਂ ਹੁੰਦਾ। ਸਰੀਰ 'ਤੇ ਵੀ ਕਈ ਵਾਰੀ ਕਸ਼ਟ ਆ ਜਾਂਦਾ, ਘਰ ਦੇ ਰੁਝੇਵੇਂ ਹੋਰ ਕਈ ਬਚਨ ਵਿਲਾਸ ਹੁੰਦੇ ਆ, ਅਤੇ ਤੁਹਾਨੂੰ ਗ੍ਰਸਤੀਆਂ ਨੂੰ ਵੀ। ਪਰ ਇਹ ਮਹਾਰਾਜ ਦੀ ਖਾਸ ਕਿਰਪਾ ਹੁੰਦੀ ਹੈ, ਉਹਦੀ ਮਿਹਰ ਹੁੰਦੀ ਹੈ। ਹੁਣ ਦੇਖ ਲਓ, ਆਹ ਸੜਕਾਂ 'ਤੇ ਰੇਹੜੀਆਂ ਲੈ ਕੇ ਬੈਠੇ ਹੈ, ਧੁੱਪ ਵੀ ਬੜੀ ਪੈਂਦੀ ਹੈ, ਗਰਮੀ ਬੜੀ ਹੈ, ਮੌਸਮ ਵੀ ਕਈ ਵਾਰੀ ਕਈ ਰੂਪ ਧਾਰ ਲੈਂਦਾ, ਪਰ ਪੇਟ ਵਾਸਤੇ ਬੰਦਾ ਕਿੰਨੀ ਮੁਸ਼ੱਕਤ ਕਰਦਾ। ਇੱਥੇ ਪੱਖੇ ਲੱਗੇ ਆ, ਰਗ ਵਿਛੇ ਹੈ, ਕਈ ਥਾਂ AC ਲੱਗੀਆਂ। ਜੇ ਕਹੀਏ ਬਹਿ ਕੇ ਨਾ 10 ਮਿੰਟ ਕੋਈ ਕਰ ਲਾ ਸਤਨਾਮ ਸਤਨਾਮ, ਕੋਈ ਹੈਗਾ ਤਿਆਰ? ਕੋਈ ਤਿਆਰ ਨਹੀਂ। ਕਈ ਵਾਰੀ ਆ ਬੀਬੀਆਂ ਆ ਜਾਂਦੀਆਂ, ਉਹ
चलो रब गरीबी किसी ते ना लियावे, आपां तर्क नहीं करते, बस किसी दे कुछ नहीं, एक दाते एक भिखारी जी वाली गल है। उन्हें एको ही राग गाई जाना, सानू आ दिओ आ दिओ। जे उन्होंने कहिए ना कि तुसीं 1 घंटा बह के सतनाम वाहिगुरू दे जाप करो, जिन्नी मौजूदा समय टोकरी ढोण वाला दिहाड़ी लैंदा तुहानूं उन्नी दिहाड़ी दे देंगे। वो 2 घंटे मंगण दा राग तां लापी जाणगियां, पर सतनाम वाहिगुरू नहीं कहना। गज के बोलो, क्योंकि आखण औखा साचा नो इको लापचारी करी जानियां बीबियो, ये नहीं कहदियां भी सतनाम वाहिगुरू। तुसीं भी भाईओ सुन लो, ये साढ़े तजर्बे। उन्होंने कही चलो झाड़ू ही फेर दिओ, ये नहीं करना, बहुत औखा। पेट वास्ते मंगते नूं भी दिहाड़ी दी 60-70 किलो बाट पै जांदी घुमदे नूं, बेइज्जती भी थां कराउंदा। पर जे कहिए भी महाराज का नाम लै लो, ये सारिया बरकतां तुहानूं बैठिਆਂ नूं भोजन भी चंगा खिलावांगे, दिहाड़ी भी सोहनी दे देंगे। हाँ जी, फिर रब दी दिहाड़ी कर लो, ये नहीं कोई भी तैयार। बंदा बंदे दी मजूरी वास्ते किन्नी मशक्कत करदा, उहदी नहीं, जिहड़ा सब नूं दे रहा। कहंदे एक राजा सी बहुत वड्डा, वो फकीर बन गया। उन्होंने किसी ने पूछा, महाराज तुसीं चक्रवर्ती बादशाह सी, आप फकीर क्यों बन गए? राजा को किन्ने सुख ऐश बारिश विभूति सारा कुछ हुंदा, कोई कमी थोड़ी हुंदी। आपां तां चीज़ां पैदा करने टक्करां मारदे हैं, ते जिन्हां नूं जद्दी पुश्ती पिता पुरखी राज तुरे आउंदे सी, पिछले पुन प्रताप सके जब तप सी, कि तुसीं महाराज ये फकीर क्यों बन गए? ये नहीं कि भुखे मरदे साधु बनते, बड़े बड़े राजे भी साधु होए। साडे देश विच वो कहन लगा पे सुन लो भी, कहंदे मैं जा रहा सी जदों राजे दे रूप से, एक बालक मिट्टी नाल खेल रहा सी। मैं खलो गया, मैं उन्होंने कहा रे बालक ये तू की कर रहा? मिट्टी नाल खेल रहा, तू मेरे नाल चल, मैं तैनू सारियां सुख सहूलतां देंगा। वो कहंदा मैं तेरे नाल जाण नूं तैयार नहीं। कहंदे कारण? कहंदे कारण ये है, जे तू मैनू ले जाना ना, ये बचन दे, मैनू खड़ा के तू फिर खाएगा, मैनू सला के तू सारी रात जाग के पहरा देगा। कहंदे ये तो गल बड़ी औखी है। कहंदे मैं तो फिर उहदी बंदगी करदा जिहड़ा मैनू खिलाउंदा भी है, पनाउंदा भी है। सतगुर जागता है दिओ, वो सदा ही जागदा, वो सदा मेरी रक्षा भी कर रहा है। सदा शिव जिहड़ा कल्याण सुरपी परमात्मा, तो फिर मैं तेरे नाल क्यों जावां? वो मैनू खिलाउंदा भी है, पनाउंदा भी है, सारे सुख दे रहा, मेरी रक्षा भी हर थां करदा। राजे नूं बराग हो गया, बालक को कौन है? वो मैनू किवें मिलेगा? कहंदे फलाने संत को चले जाओ। संतां ने फिर उन्होंने शिक्षा दी, उस ढंग नाल उन्होंने तोरिया, तो राजे नूं आत्मा ज्ञान की उपलब्धि प्राप्ति हो गई। वो कहंदा मैं मुड़ के घरे ही नहीं गया, एक बालक ने मैनू इधर पहुँचा दिता। इस वास्ते सत्संगियो अज ये भागां भरिया दिन आ,
महाराज चरणों 'ਚ सारे सजे बैठे हैं। विद्यार्थियों के रूप में गुरु महाराज के चरणों 'ਚ ये संथ्या दे नाल अपने मन नूं भी संथ्या देनी है, तन नूं भी संथ्या देनी है, इंद्रियां नूं भी, मन बुद्धि नूं। पाठ शुद्ध करन दे नाल नाल अपना मन बुद्धि शरीर भी पवित्र करना। शरीर पवित्र होना सेवा ना, मन पवित्र होना बाणी द्वारा विचार लैके शुभ संकल्पां ना, बुद्धि पवित्र इस आत्मा के ज्ञान ना होने हैं। असली संथ्या फिर बनती है। महाराज युधिष्ठिर पढ़ते सी ना, द्रोणाचार्य को दुर्योधन भी, भीष्म पितामह जी आ गए, पूछया द्रोणाचार्य नूं ये की पढ़ते हैं? कहते महाराज जी की तुसीं सिफारिश की सी ना युधिष्ठिर की, ये बड़ा नलायक है। कहते किवें? कहते मैं पाठ पढ़ाया उसी ने चेते ही नहीं किया। उन्हें पूछा युधिष्ठिर नूं किहड़ा पाठ पढ़ाया उसी? कहते जी पाठ पढ़ाया उसी कि गुस्सा ना करो। ये मैनू पुछदे सी ते मैं सुनाया नहीं, इन्हीं मेरे चपेड़ मारी ते मैनू गुस्सा नहीं आया। मेरी संथ्या पक्की हो गई, पाठ का रिजल्ट सी पे गुस्सा नहीं करना, ये मैं जित लिया। फिर समा बनया, कहते हुण आखे झूठ नहीं बोलना। कहते मैं वो भी त्याग दिता। ये पढ़ाई मौलाना रूम साहब उस्ताद को जाते, उन्होंने मसनफियाँ मुसलमान लोगों में बहुत ही मशहूर है, बड़ी रुचि नाल पढ़िया जानिया। ते वो पढ़न गए तो जिस वेले पढ़ाया अलफ, कहते वो की होंदा? क्यों सीधा खिंच दो तो अलफ बन गया। मुड़ के गए ही नहीं स्कूल मदरसे, ज्यों लगे अलफ पकाउण, अलफ पकाउंदे रहे। 6 महीने नहीं गए। बुलाया, जिले कंध देखा ना, दीवार के 2 टुकड़े हो गए, अद्धी उन्होंने अद्धी उन्होंने चल गई। कहते अगे की है? कहते अगे बे आ। कहते बे की होंदा? कहते हुण लम्मा पा दो डंडा। 6 महीने वो पकाई गए, जिले फे आए दीवार जुड़ गई। ये अभ्यास पढ़ाई अज अखरी ज्ञान हो गया, लेकिन अखर की बरकत नहीं लई असी। महाराज कहते अखर मैं तिर भवन प्रभ धारे, अखर कर कर वेद विचारे। वह लिया नहीं, काला अखर भैंस बराबर ही है ना। वो 4 ज्योतिषी आए काशी तो पढ़ के 52 ग्रंथ है ज्योतिष, सब नूं औखी विद्या है 64 विद्या चों। बाकी तो भूगोलक है, एक खगोलक आकाशी है, अध्यात्म की उतों भी कठिन है। ये पुस्तकों तो उपर की चीज़ है, ये गुरु द्वारा मिलने वाली चीज़ है, बख्शिश ना। वो साध संगत आ गए, एक ने दसना सी भी ये हड्डी किहदी है, दूए ने हड्डियां कट्ठियां करनियां सी, तीए ने कलबूत जोड़ना सी, चौथे ने जान पाउणी सी। हड्डी शेर दी सी, हड्डियां कट्ठियां करतियां, कलबूत खड़ा, चौथे ने जान। जिले जान पाउणी ये नहीं सोचा भी शेर है सानू खाऊगा नहीं, चौहां नूं खा गया। कहानी सच्ची होवे चाहे झूठी, कहानी का भाव आ
कि ए विद्या तू सदा अविद्या, तू संतन की सार ना जानी। विद्या भी अविद्या बन जाती। चारे खा लैन, ये काला अखर भैंस बराबर है। वो पढ़ गए, कहते मुट्ठी च की है, कहता जी काली चीज़ है। कहते काली चीज़ की है, कहते कट्टा। हुण ये नहीं सोचा भी चीज़ तो काली हैगी है, मुठ में कट्टा किवें आ जाऊ। अजकल की विद्या इहो जी है। ट्यूशनां भी बहुत लाउंदे है, ना कोई माँ पिओ का सत्कार, ना आपस में कोई प्रेम प्यार, ना गुरु उस्ताद का, ना उस स्थान का, ना उत्थे बैठण उठण का, ना बोलन चलन का, ना खड़े खलोण का। आ देख लिओ कॉलेजां स्कूलों के विद्यार्थियों का हाल, 10 मिनट इंजां न खड़ के। कोई डिसिपलिन किहो जिहा इन्हां दा, किते बिरले थाई मिलदा। पर विद्या विचारी तां परोपकारी, परोपकार लई। एक तो सप हुंदा, उहदे कोल मणी हुंदी ना, वो नेरी राह च रख लैंदा, मच्छर मुच्छर कीड़े मकोड़े आई जाते, खाई जाता। एक हुंदा वो देख देख के खुश हुंदा, मणी गवा के फिर प्राण दे दिंदा। एक हुंदा चंद्रमनिया रेशमां च रखदा, जिसले चंद्रमा की लाइट पैंदी ना, उस अमृत निकलदा, उन्होंने चट के जहर शांत करदा। कईयां दा ते मैं ही है। विद्या पढ़ लई, बतंडावाद, बहस मुवासा, अपने भी दूए दे सिर च खेह पाई जानी। जिमें अजकल तुरे हुए एक दो दी मिट्टी लगे हो पुटन। एक अपना ते अपने परिवार का ढिड भरन जोगे ही है बस। एक हैगे है जेड़े तो परोपकार वगैरह करते, अपना भी भला दूए का भी भला। इस वास्ते एक तो मगज खानी है, उड़पड़ी पाठ करी जानी, किताबी कीड़े बने हो। एक हड्ड खानी, कुत्ता हड्डी चरूंडदा, लजदा तो कुछ है नहीं, बस बतंडावाद, बहस करी जानी, एवें टोडा अड़ाई जानी बिना मतलब ते। पानी च मधानी पा के बैठ जाना, कड्ढण कढाउण कुछ नहीं। ते फिर एक गोश्त खानी माया पदार्थों वास्ते ही है, पढ़ते हैं, होर नहीं प्रयोजन कोई भी, कोई ज्ञान ध्यान नहीं। असली तो वह है ना जिहड़ा परोपकार वास्ते मन समझावन कारण ने कछुक पढ़ी है ज्ञान। इस वास्ते सत्संगियों संथ्या चलती है। हुण इहदे नाल एकाग्रता भी आउंदी है, क्योंकि जिहड़े देखिया भी कोई लाग मात्र गलत नहीं होगी, सियारी बियारी औंकड़ दे लंगड़े एकागर मन हो फेरे ही है ना। ध्यान फिर विच गड्डिया रहिंदा, जिथे शंका पुछण दा भी नॉलेज वधदा। सो बाबा जी का भी बड़ा उद्यम पुरुषार्थ है, तो आप जी का भी प्यार है। नहीं तो बिरले विरले साधु संतां दे कोई स्थान उत्थे आम पिंडां तो घटे ही है। टेपां ही पाठ कर दियाँ, टेपां ही कीर्तनियाँ, चाहे वो शुद्ध पढ़िया चाहे शुद्ध है, टेप कम करी जाती है। हुण तां अखंड पाठ भी में चल पाया। एक बारी असीं गए एक जगह, कहते बाबा जी भाई पाठ बदल दीजिए। मैं कहा पाठ तो कितने मारे प्रकाश नहीं। कहते रील का टेप का अखंड पाठ चल रहा, हुण तो मोबाइल अखंड पाठ कर रहा, मोबाइल च भरिया आ, बस वो घर ला छड्डदे। कोई पाठी सदन की लोड़ नहीं, कोई कड़ाह प्रसाद की लोड़ नहीं, कोई सेवा सत्संग की, कोई नहाउण धोण की लोड़ नहीं, कोई जागण जुगण की लोड़ नहीं।
ਇੱਕ ਤਮਾਸ਼ਾ ਬਣਾ ਲਿਆ ਲੋਕਾਂ ਨੇ। ਤੇ ਨਿਤਨੇਮ ਵੀ ਮੋਬਾਈਲ 'ਤੇ ਸ਼ੁਰੂ ਹੋ ਗਿਆ। ਮਹਾਰਾਜ ਦਾ ਹੈ ਵੀ ਬਾਣੀ ਕੰਠ ਤੇ ਪੈਸਾ ਗੰਢ। ਮੋਬਾਈਲਾਂ 'ਤੇ ਪਾਠ ਹੋ ਰਿਹਾ ਨਿਤਨੇਮ, ਬਾਣੀ ਕੰਠ ਨਹੀਂ ਕਰਦੇ। ਧੰਨ ਬਾਬਾ ਮਗਰ ਸਿੰਘ ਜੀ ਮਹਾਰਾਜ ਰਾਮਗੜ੍ਹ ਵਾਲੇ ਜਿਹੜੇ ਆਪਣੇ ਪਿੰਡ ਆਏ ਨਾ ਰਾਮਗੜ੍ਹ ਫੌਜ 'ਚੋਂ, ਤੇ ਸੰਗਤ ਨੇ ਕਹਿਣਾ ਮਹਾਰਾਜ ਲੰਗਰ ਦੀ ਸੇਵਾ ਬਖਸ਼ੋ। ਕਹਿੰਦੇ ਵੀ ਰੋਜ਼ ਇਸ਼ਨਾਨ ਕਰਿਆ ਕਰੋ, ਪਾਠ ਸ਼ੁੱਧ ਕਰੋ, ਜਪਜੀ ਸਾਹਿਬ ਚੇਤੇ ਕਰੋ, ਜਾਪ ਸਾਹਿਬ ਸਵਈਏ ਚੌਪਈ ਆਨੰਦ ਸਾਹਿਬ ਆਸਾ ਜਵਾਰ ਸੁਖਮਣੀ। ਕਹਿੰਦੇ ਜੀ ਅਨਪੜ੍ਹ ਹਾਂ। ਕਹਿੰਦੇ ਕੋਈ ਨਹੀਂ, ਮੈਂ ਜਾਂ ਸਾਡੇ ਸਾਥੀ ਸਮਾਂ ਦੇਣਗੇ। ਉਹ ਅਨਪੜ੍ਹਾਂ ਨੂੰ ਬਾਣੀਆਂ ਕੰਠ ਕਰਾਤੀਆਂ। ਜਿਹੜੇ ਮਾਈਆਂ ਨੇ ਚੱਕੀ ਪੀਣੀ ਨੂੰ ਗੋੜੇ ਹੁੰਦੇ ਸੀ ਅੱਗੇ ਬਣਾਏ। ਹੁਣ ਤਾਂ ਆਪਾਂ ਰੱਦੀ ਆ ਜਾ ਤੇ 2 ਪੈਸੇ ਨੂੰ ਵੇਚ ਦੇਣੀ ਹੈ, ਭਾਵੇਂ ਬਾਣੀ ਦਾ ਗੁਟਕਾ ਕਿਉਂ ਨਾ ਹੋਵੇ। ਸਾਡਾ ਹਾਲ ਇਹ ਹੋਇਆ। ਅੱਗੇ ਮਾਈਆਂ ਕੀ ਕਰਦੀਆਂ ਸੀ ਨਾ, ਰੱਦੀ ਕਾਗਜ਼ ਭੇਜ ਕੇ ਉਹ ਫਿਰ ਕੁੱਟ ਲੈਣੇ, ਉਹਦੇ ਘੜੇ ਦੇ ਉੱਤੇ ਗੋੜੇ ਥੱਪ ਲਾਉਣੇ। ਬਹੁਤ ਵਧੀਆ ਬਣਾਉਂਦੀਆਂ ਸੀ ਰੰਗ ਬਿਰੰਗੇ। ਬਾਬਾ ਜੀ ਦੇਖੇ ਹੋਣੇ ਤੁਸੀਂ। ਹਾਂਜੀ। ਹੁਣ ਤਾਂ ਬਸ ਅਸੀਂ ਮਾਇਆਧਾਰੀ ਇੰਨੇ ਹੋ ਗਏ ਹਾਂ, ਬਾਜ਼ਾਰੋਂ ਲੈ ਆਓ, ਕੀ ਲੋੜ ਆ। ਉਹ ਸਾਧ ਸੰਗਤ ਜੀ ਫਿਰ ਚੱਕੀ ਪੀਣੀ। ਜਪਜੀ ਸਾਹਿਬ ਪੜ੍ਹਦੇ ਹਾਂ, ਜਿਹੜਾ ਆਟਾ ਪੀਠਾ ਜਾਂ ਦਾਣੇ ਪੀਠੇ ਜਾਂ, ਉਹ ਜਪਜੀ ਵਾਲੇ ਗੋੜੇ 'ਚ ਪਾ ਦੇਣੇ। ਜਾਪ ਸਾਹਿਬ ਵਾਲਾ ਜਾਪ, ਦੂਜਿਆਂ ਬਣ ਦੂਜੀ। ਅਤੇ ਜਿਹੜੇ ਅਨਾਜ ਆਟੇ 'ਤੇ ਇੰਨੀ ਬਾਣੀ ਪੜ੍ਹ ਹੋਈ, ਅਤੇ ਜਿਹੜਾ ਖਾਊਗਾ ਉਹਦੀ ਬਿਰਤੀ ਟਿਕੂਗੀ ਕਿ ਨਹੀਂ ਟਿਕੂਗੀ, ਦੱਸੋ ਮੈਨੂੰ। ਉੱਧਰ ਹੁਣ ਕੰਜਰੀ ਨੱਚਦੀ ਹੈ, ਟੈਲੀਵਿਜ਼ਨ ਲੱਗੀ ਹੈ, ਆਟਾ ਗੁੰਨਦੀਆਂ, ਰੋਟੀਆਂ ਪਕਾਉਣੀਆਂ। ਦੱਸੋ ਮਨ ਟਿਕ ਜਾਊਗਾ? ਕਹਿੰਦੇ ਜੀ ਮਨ ਨਹੀਂ ਟਿਕਦੇ। ਮਨ ਨੂੰ ਤਾਂ ਟਿਕਾਉਣ ਤੋਂ ਤੁਸੀਂ ਸਾਰਾ ਕੰਮ ਉਲਟ ਪੁਲਟ ਕਰੀ ਜਾਂਦੇ, ਟਿਕੇ ਕਿਵੇਂ? ਇਉਂ ਜੀ ਅਨਪੜ੍ਹਾਂ ਨੂੰ ਕੰਠ ਕਰਾਤੀ। ਫਿਰ ਬੇਨਤੀ ਕਰਨੀ, ਫਿਰ ਜਥੇ ਨੇ ਕੀਰਤਨ ਕਰਦਿਆਂ ਉਹਨਾਂ ਦੇ ਘਰ ਜਾਣਾ, ਪੰਗਤ 'ਚ ਬੈਠਣਾ, ਫਿਰ ਸ਼ਬਦ ਪੜ੍ਹਨੇ, ਫਿਰ ਸੁੱਚ ਪਵਿੱਤਰਤਾ ਠਾਠਾ ਬਣ ਕੇ ਬਣਾਉਣਾ, ਪਕਾਉਣਾ, ਸੁਚਮਨਾ ਵਰਤਾਉਣਾ। ਫਿਰ ਉਹ ਲੰਗਰ ਛਕਣਾ, ਕੋਈ ਗੱਲਾਂ ਬਾਤਾਂ ਨਹੀਂ। ਫਿਰ ਛਕ ਕੇ ਚੂਲਾ ਪੜ੍ਹਨਾ, ਅਰਦਾਸ ਕਰਨੀ। ਇਹ ਤਾਂ ਸਾਡੇ ਘਰਾਂ 'ਚ ਹੁਣ ਭੋਗ ਪੈ ਗਿਆ ਇਹਨਾਂ ਗੱਲਾਂ ਦਾ। ਕੋਈ ਬਿਰਲਾ ਤਾਂ ਹੋਊਗਾ। ਸੋਫੇ ਆ ਗਏ, ਵਿਆਹ ਸ਼ਾਦੀਆਂ, ਅਤੇ ਡੋਂਗੇ ਰੱਖੇ ਹੋਏ ਹੈ, ਨੰਗੇ ਸਿਰ ਹੈ, ਬੂਟ ਪਾਏ ਹੈ, ਖੜੇ ਖੜੇ ਉਹ ਡੰਗਰਾਂ ਮੂੰਹ ਖਾਂਦੇ ਹੈ। ਝੂਠ ਸੋਚਦਾ ਕੋਈ ਹੈ ਹੀ ਨਹੀਂ। ਪਸ਼ੂ ਜਿਹੜਾ ਉਹ ਖੜ੍ਹ ਕੇ ਖਾਂਦਾ ਅਤੇ ਬਹਿ ਕੇ ਜਗਾਲੀ ਕਰਕੇ ਪਹੁੰਚਾਉਂਦਾ। ਬੰਦਾ ਜਿਹੜਾ ਬਹਿ ਕੇ ਖਾਂਦਾ ਫਿਰ ਤੁਰ ਕੇ ਹਜ਼ਮ ਕਰਦਾ। ਕੋਈ ਨਿਯਮ ਹੁੰਦੇ ਕੁਦਰਤ ਦੇ। ਪੰਗਤ ਵੀ ਛੱਡਦੀ, ਸੰਗਤ ਵੀ ਛੱਡਦੀ। 4 ਚੁਫੇਰਿਓਂ ਹੀ ਇਹ ਢਾਹ ਲੱਗੀ ਹੋਈ ਹੈ, ਇੱਕ ਪਾਸੇ ਨਹੀਂ। ਤੰਦ ਨਹੀਂ, ਤਾਣੀਆਂ ਟੁੱਟੀਆਂ ਪਈਆਂ ਇਸ ਵੇਲੇ। 3 ਦਿਨ ਪਾਠ ਹੋਇਆ। ਭਾਈਆਂ ਨੂੰ, ਭਾਈ ਜੀ ਹੁਣ ਛੁਆਰਾ ਸਾਹਿਬ ਛੱਡਿਓ। ਪਾਠ ਤਾਂ ਹੁੰਦਾ ਸੀ ਨਾ ਸਵਾਰਾ ਸਾਹਿਬ, ਸਿੱਧਾ ਹੀ ਛੁਆਰਾ ਸਾਹਿਬ। ਗ੍ਰੰਥੀਆਂ ਨੂੰ ਉਧਰ ਤੋਰਤਾ। ਜਿਹੜੀ ਬੈਠ ਕੇ ਪਾਠ ਰੱਖਿਆ ਸੀ, ਆਉਂਦੇ ਸੋਫੇ ਡਹਿ ਗਏ, ਮੇਚ ਬੋਤਲ ਚੱਲ ਰਹੀ ਹੈ। ਭਾਈ ਜੀ ਤੁਸੀਂ ਬੈਠੋ, ਆ ਜਵਾਈ ਭਾਈ ਆਏ, ਪਹਿਲਾਂ ਇਹਨਾਂ ਦੀ ਸੇਵਾ ਕਰ ਲਈਏ। ਉਹ 3 ਦਿਨ ਪਾਠ ਕਰਦੇ ਰਹੇ, ਉਹ ਬਗਾਨੇ ਹੋ ਗਏ। ਅਤੇ ਜਵਾਈ ਭਾਈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦੇ ਸਤਿਕਾਰਯੋਗ ਬੀਬੀ ਬੀਰੋ ਜੀ ਦੀ ਸ਼ਾਦੀ ਸੀ। ਮਠਿਆਈਆਂ ਤਿਆਰ ਹੋ ਰਹੀਆਂ ਸੀ। ਸੰਗਤ ਬਹੁਤ ਆ ਗਈ। ਸੇਵਾ ਨੂੰ ਕਿਹਾ ਵੀ ਲੰਗਰ, ਕਹਿੰਦੇ ਮੈਂ ਲੰਗਰ ਤਾਂ ਹੈ ਪਰ ਸੰਗਤ ਜ਼ਿਆਦਾ। ਮਹਾਰਾਜ ਕਹਿੰਦੇ ਮਠਿਆਈਆਂ ਜੋ ਤਿਆਰ ਹੋ ਰਹੀਆਂ, ਛਕਾਓ ਸੰਗਤ ਨੂੰ। ਜਿਹੜੇ ਸੇਵਾਦਾਰ ਗਿਆ, ਮਾਤਾ ਦਮੋਦਰੀ ਜੀ ਕਹਿਣ ਲੱਗੇ ਇਹ ਸਗਨਾਂ ਦੀ ਮਠਿਆਈ ਇਹਨਾਂ ਸਿੱਖਾਂ ਨੂੰ ਪਹਿਲਾਂ ਹੀ ਖਿਲਾ ਦਈਏ। ਜਿਹੜੇ ਮਹਾਰਾਜ ਨੂੰ ਦੱਸਿਆ, ਮਹਾਰਾਜ ਕਹਿੰਦੇ ਜਾਓ ਮਲੇਸ਼ ਖਾਣਗੇ। ਗੁਰੂ ਨਾਨਕ ਦੀ ਸੰਗਤ ਦਾ ਨਰਾਦਰ ਕੀਤਾ।
ਇਹ ਤਾਂ ਗੁਰੂ ਘਰ ਦੀਆਂ ਰਵਾਇਤਾਂ, ਆਪਣੇ ਘਰ 'ਚ ਖੁਦ ਮਾਲਕ, ਉਹਨਾਂ ਦੀ ਆਪਣੀ ਹੀ ਸੁਪੁੱਤਰੀ ਦੀ ਸ਼ਾਦੀ। ਤੇ ਹੁਣ ਅਸੀਂ ਕੀ ਕਰਦੇ ਹਾਂ? ਮਹਾਰਾਜ ਸਰੂਪ ਭੇਜਤਾ, ਹੁਣ ਤਾਂ 5 ਬੰਦੇ ਵੀ ਆਉਣ ਲਈ ਤਿਆਰ ਨਹੀਂ। ਅੰਮ੍ਰਿਤਧਾਰੀ ਤਾਂ ਦੂਰ ਦੀ ਗੱਲ ਹੈ, ਕੋਨੇ ਮੋਨੇ ਵੀ 5 ਆਉਣ ਨੂੰ ਤਿਆਰ ਨਹੀਂ। ਇੱਕ ਦਿਨ ਆ ਗਿਆ ਸਰੂਪ ਲੈਣ, ਮੈਂ ਕਿਹਾ ਵੀ 5 ਤਾਂ ਲਿਆਓ। ਅਗੇ ਜੀ ਆ ਬੀਬੀਆਂ ਆ ਗਈਆਂ, ਨਿਆਣੇ, ਉਹਨਾਂ ਨੂੰ ਪੈਕਟ ਕਢਾਏ ਹੋਏ ਚਿਪਸ ਦੇ, ਤੇ ਆਹ ਹੱਥ ਲਾਉਣਗੇ। ਹੈ ਵੀ ਚੰਗਾ ਰਾਗੀ ਸੀ। ਮੈਂ ਕਿਹਾ ਤੁਸੀਂ ਸਿੱਖਿਆ ਦੇਣੀ, ਤੁਹਾਡਾ ਇਹ ਆ ਲਿਆ ਹੈ, 5 ਵੀ ਹੈ ਨਹੀਂ। ਅਖੇ ਇੱਥੋਂ ਦੇ ਦਿਓ। ਮੈਂ ਕਿਹਾ ਵੀ ਤੁਸੀਂ ਕੀ ਕਰਕੇ ਬਾਂਹ ਲਟਕਾਉਂਦੇ ਆ ਗਏ? ਜਾਣੀ ਮਹਾਰਾਜ ਦਾ ਸਰੂਪ ਲਿਆਉਣ ਲਈ 5 ਤਿਆਰ ਨੇ, ਤਮਾਸ਼ਾ ਬਣਾ ਲਿਆ। ਕਈ ਤਾਂ ਘਰ ਲਿਆਉਂਦੇ ਅਤੇ ਪੱਟਾਂ 'ਤੇ ਰੱਖੀਏ ਅਤੇ ਲੈ ਜਾਈਏ। ਗੱਜ ਕੇ ਬੋਲੋ। ਅੱਗੇ ਜਿਹੜੇ ਦੁਕਾਨਾਂ ਵਾਲੇ ਸੀ, ਆ ਜਿਹੜੀਆਂ ਸਾਬਣ ਦੀਆਂ ਪੇਟੀਆਂ ਨਾ, ਇੱਕ ਟੁੱਟਾ ਜਿਹਾ ਰੁਮਾਲਾ, ਉਹ 'ਚ ਮਹਾਰਾਜ ਲਪੇਟ ਕੇ ਵਿੱਚ ਰੱਖ ਕੇ ਉੱਥੇ ਫੱਟੀਆਂ ਰੱਖ ਕੇ ਮੇਖਾਂ ਲਾ ਦੇਣੀਆਂ, ਅਤੇ ਲਿਆਉਣ ਵਾਲਿਆਂ ਨੇ ਵੀ ਪੱਟਾਂ 'ਤੇ ਰੱਖ ਕੇ ਲਿਆਉਣ। ਉਵੇਂ ਕਹਿਣਾ ਜੀ ਗੁਰੂ, ਇਹ ਸਾਡਾ ਹਾਲ ਆ। ਅਤੇ ਜਿਹੋ ਜਿਹਾ ਸਤਿਕਾਰ ਕਰਦੇ ਉਹੋ ਜਿਹਾ ਸਾਨੂੰ ਮਿਲੀ ਜਾਂਦਾ। ਸੋ ਇਸ ਕਰਕੇ ਅੱਜ ਇਹ ਸਾਰੀ ਤਰ੍ਹਾਂ ਦੀ ਸੰਥਿਆ ਆ ਕਿ ਬਾਣੀ ਦਾ ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਬਾਹੋ ਬਾਣੀ ਨਿਰੰਕਾਰ ਆ। ਇਹ ਨਿਰੰਕਾਰ ਦਾ ਸਰੂਪ ਹੈ, ਇਹਦਾ ਸਤਿਕਾਰ ਕਰਨਾ, ਅਦਬ ਕਰਨਾ, ਉਹਦੇ 'ਚ ਪਾਠ ਸ਼ੁੱਧ ਕਰਨਾ। ਅਤੇ ਹੁਣ ਤਾਂ ਸਾਡਾ ਜਿਹੜਾ ਲਾਣਾ ਬਾਣਾ ਨਾ, ਉੱਥੇ ਉਹ ਕਥਾਵਾਚਕ ਸੀ, ਅਤੇ ਕੁਝ ਮੁਲਾਜ਼ਮ ਚਲੇ ਗਏ। ਜਦੋਂ ਕੋਈ ਪੁਰਬ ਹੁੰਦਾ ਕਮੇਟੀ ਭੇਜਦੇ, ਕਹਿੰਦੇ ਬਈ ਮੁਲਾਜ਼ਮ ਘਟਿਆ, ਅਤੇ ਗਿਆਨੀ ਜੀ ਤੁਸੀਂ 2 ਘੰਟੇ ਚੌਰ ਦੀ ਸੇਵਾ ਕਰਨੀ। ਉਹ ਕਹਿੰਦਾ ਮੈਂ ਕਥਾਵਾਚਕ ਚੌਰ ਕਰਾਂ? ਫਿਰ ਰੋਜ਼ ਤੂੰ ਪ੍ਰਚਾਰ ਕਰਦਾ ਕਿ ਸਾਧ ਸੰਤ ਨੂੰ ਨਹੀਂ ਮੰਨਣਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਅਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਤੈਨੂੰ ਦਿੱਤੀ। ਉਹ ਪ੍ਰਬੰਧਕ ਸੇਵਾਦਾਰ ਕਹਿੰਦਾ ਵੀ ਤੇਰੀ ਤਨਖਾਹ ਹੈਗੀ 60,000, ਲਿਖ ਕੇ ਦੇ ਦੇ। 5,000 'ਚ ਬੰਦੇ ਰੱਖੀਏ ਅਤੇ 12 ਮਿਲ ਜਾਣੇ, 2-2 ਘੰਟੇ ਡਿਊਟੀ ਹੋਣੀ ਹੈ। ਪਹਿਲਾਂ ਤਾਂ ਲਿਖਤਾ, ਫਿਰ ਖਾਨਿਓ ਗਈ, ਫਿਰ 60 ਤਾਂ ਪੱਕਾ ਥੋਕਦੀ ਸੀ, ਅਤੇ ਜਿਹੜੇ ਲੋਕ ਸਾਧਦੇ ਆ ਉੱਥੋਂ ਵਸਤਰ ਵੀ ਮਿਲਦੇ ਆ ਅਤੇ ਗੱਫਾ ਵੀ ਮਿਲਦਾ। ਫਿਰ ਮੈਂਬਰਾਂ ਨੂੰ ਲੈ ਕੇ ਮਾਫੀ ਲਿਆ ਗਿਆ। ਉਹ ਇੱਕ ਦਿਨ ਕਿਤੇ ਕਿਹਾ ਕਥਾਵਾਚਕ ਨੂੰ, ਮਹਾਰਾਜ ਰੁਮਾਲੇ ਸਹੀ ਕਰ ਦਿਓ। ਕਹਿੰਦੇ ਮੇਰੀ ਡਿਊਟੀ ਥੋੜ੍ਹੀ ਹੈ, ਤੁਹਾਡੀ ਸੇਵਾਦਾਰਾਂ ਦੀ ਹੈ। ਅਸੀਂ ਇੱਥੇ ਆ ਕੇ ਖੜ੍ਹ ਗਏ। ਤੁਸੀਂ ਇਹ ਨਾ ਕਹੋ ਵੀ ਨਿੰਦਿਆ ਦੇ ਪੱਖ ਦੀ ਗੱਲ ਕਰਦਾ, ਮੈਂ ਆਪਣੇ ਸਮਾਜ ਦੀ, ਆਪਣੇ ਲਾਣੇ ਬਾਣੇ ਦੀ ਗੱਲ ਕਰਦਾ ਕਿ ਜਿਹਨੂੰ ਦਿਨ ਰਾਤ ਢੋਲ ਪਿੱਟਦੇ ਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਹੀਂ ਮੰਨਣਾ, ਅਤੇ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਲਾਉਣ ਤੋਂ ਚੌਰ ਕਰਨ ਹੱਦ ਤੱਕ ਸਮਝਣ ਲੱਗ ਪਏ। ਇਹ ਸਾਡੀ ਹਾਲਤ ਬਣੀ ਹੋਈ। ਜਾਣੀ ਐਸਾ ਸਾਡੀ ਬੁੱਧੀ ਦੇ ਉੱਤੇ ਦਿਨੋਂ ਦਿਨ ਪੜਦਾ ਪੈਂਦਾ ਜਾ ਰਿਹਾ। ਫਿਰ ਜਿਹੜੇ ਪ੍ਰਕਾਸ਼ ਕਰਦੇ ਮਾਫ ਕਰਨਾ, ਪਤਾ ਹੀ ਨਹੀਂ ਪਈ ਰੁਮਾਲੇ ਕਿਵੇਂ ਲਾਉਣੇ, ਸੁੱਖ ਆਸਣ ਕਿਵੇਂ ਕਰਨਾ, ਐਉਂ ਜਿਵੇਂ ਪੰਡ ਬੰਨ੍ਹ ਕੇ ਰੱਖ ਦਿੱਤੀ। ਫਿਰ ਜਿਹੜੇ ਅੰਗ ਥੱਲਣਾ ਐਉਂ ਚੱਕ ਕੇ ਮਾਰਨਗੇ, ਦੂਆ ਹੱਥ ਨਹੀਂ ਲਾਉਣਾ, ਇਹ ਅੰਗ ਨੂੰ ਜਰਬ ਆ ਜਾਊਗੀ। ਕਿਉਂ? ਅੰਦਰ ਭਾਵਨਾ ਹੈ ਨਹੀਂ। ਭਾਵਨਾ ਤੋਂ ਬਿਨਾਂ ਸੇਵਾ ਹੁੰਦੀ ਨਹੀਂ। ਅਤੇ ਜਿਨ੍ਹਾਂ ਅੰਦਰ ਭਾਵਨਾ ਸੀ, ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਖਡੂਰ ਸਾਹਿਬ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਨਾਤਾ ਕੁੜਮਾਂ ਦਾ, ਉਮਰ 'ਚ ਵੀ ਵੱਡੇ। ਹੁਕਮ ਹੋਇਆ ਵੀ ਬਿਆਸ ਦਰਿਆ ਤੋਂ ਜਲ ਲਿਆ ਕੇ ਇਸ਼ਨਾਨ ਕਰਾਉਣਾ। ਇਹ ਨਹੀਂ ਕਿਹਾ ਕਿਉਂ ਬੁੱਢੇ ਨੂੰ ਮਾਰਦੇ ਆ, ਖਡੂਰ ਸਾਹਿਬ 'ਚ ਖੂਹ ਹੈ ਨਹੀਂ, ਪਾਣੀ ਹੈ ਨਹੀਂ, ਬਿਆਸ ਭੇਜਣ ਦੇ। ਗੱਲ ਹੁਕਮ ਮੰਨਣ ਦੀ ਸੀ। 6 ਮੀਲ ਪਿਛਲ ਗੁਰੀ ਜਾਣਾ, ਵੀ ਧੰਨ ਗੁਰੂ ਅੰਗਦ ਸਾਹਿਬ ਨੂੰ ਪਿੱਠ ਨਾ ਹੋ ਜਾਏ।
जिले हद मुक जा ना खडूर की, दमदमा गुरुद्वारा उत्थे बनया, वो करीर का दरख्त हाले भी उत्थे हैगा, उत्थों करवटियां बदल किन्ना अदब। उवें हुण कहने पे 10 पातशाहां दा स्वरूप है, ते जिहड़ी अदब वाली भावना वो साडे अंदरों लोप हुंदी जा रही है। ते जिथे इहदा सत्कार वाली भावना उत्थे 9 निधां 18 सिद्धां भी है। बीजनास्त नहीं, प्रेमी भी बारे बारे ही है, जिहड़े पूरा सत्कार प्यार करते। ये बचन तां करते हैं कि जिहड़ी बाणी की संथ्या करते हैं इहदा सत्कार प्यार करना भी सिखो। अब बड़बड़ियां सांसां ही एक बारी चले गए, हुण की कहना, उत्थे गए तो एवं रखिया भी जिवें आम एक पोथी हुंदी, ते अपने लिए एवं छतर लाए हुए बैठण नूं। पर धन सच्चे पातशाह गुरु हरराय साहब संगत आई सी ना कीर्तन कर, एकदम उठे, गोडे चोट लगी, कहते महाराज तुहाडी तां बाणी, कहते ना भाई बाणी तो अकाल पुरख दी, जिन पै बाणी आदम ना धारा सो सिख जानो नहीं मर। इतना सत्कार, इतना प्यार। सो इस वास्ते अज बड़ी खुशी है कि एक तां हुंदा आम पब्लिक का इकट्ठ, ये पब्लिक का इकट्ठ नहीं, एक इकट्ठ गुरु घर के विद्यार्थियों का, संथ्या करने वाली संगत का इकट्ठ है, जिन्हों के अंदर महाराज की मेहर नाल शौक है, बाणी शुद्ध पढ़ी जाए, शुद्ध पाठ सीखा जाए, अर्थबोध प्राप्त किया जाए। सो बख-बख गुरु घरां उदम प्रबंधक सेवादार करते हैं, महाराज ने बड़ी सोझी दी है। सो आओ मद का जो शब्द, हुण इत्थे बड़ी तर्क होंदी है, साडे सिखां च तां पता नहीं बीमारी किधरों आ गई है। लो जी ये कित्थे लिखिआ मद नूं भोग लाउणा, मैं कोई ना कोई शोशा नवां छड्डना, ये बहन नहीं देना भी कौम टेके बैठी क्यों, बैठियां दा चंगियां भलियां दा कंन मरोड़ देना, ये आदत पै गई। आखिर जे मद होवे फिर तो 715 अंग ते होना चाहिए, क्योंकि 1430 पन्ने हैं ना। कि उन्होंने पूछो भी तुहानू इस गल ना कि भी महाराज ने इहदे विच शब्द अंकित कर दिता, तो जो गुरसिख बजुर्ग करते आए असीं कर रहे हैं, हाँ जी, तो सानू महाराज की कीती दे उत्ते भी यकीन नहीं रह गया। मादा भोग नहीं लाना चाहिए, हुण भोग शब्द तो वैसे ही बहुत डरिया, डर प्रवान होवे कढ़ लिया, तो हुण आप बाणी च लिया गया करी पाक साल सोच पवित्रा, हुण लाभो भोग हर राय। जिहदा तुहानू अर्थ कित्यों नहीं मिलता, ये गुरु आ, इहनूं ही पुछ लो, इहदे विच ही लिखिआ दूध पियाए भगत कर आया, नामे हर का दर्शन पाया भया, दर्शन पाया। सो इस वास्ते देखो सारा कुछ बिच दसिया होया, फिर असीं किंतु परंतु धूफां ते जोतां दे उत्ते बड़ी किंतु परंतु चलदी। हुण एक तां निर्गुण दी आरती आ गगन में थाल, एक सरगुण दी भी हैगी है, धूप दीप कृत साज आरती, बारने जाओ स्वामी कमलापति। तो जे खंडन करांगे फिर तो चौर की भी लोड़ नहीं, फिर कड़ाह प्रसाद करन दी लोड़ नहीं, फिर तो ठीक ठाक ही है। जिथे सरगुण दी आ उत्थे सारा कुछ हैगा, जिथे निर्गुण दी आ उत्थे उस तरह की हैगी। सो इस वास्ते ते महाराज दे मत विच निर्गुण आप सरगुण भी ओही, कला धार जिन सगली मोही। सो इस वास्ते आओ जो बाबा जी ने आप जी दे सहयोग और प्यार द्वारा उद्यम प्रसार्थ करदियां होया ये संथ्या पिछे भी भोग पए सी, संपूर्ण हुई सी। हुण दोबारा फिर महाराज ने कृपा की है, कथा कीर्तन दे समागम रखे है, ते मद दा जो शब्द है आपां उसे दी विचार
करिए सारियां संगतां। जिस तरह इत्थे तक महाराज ने किरपा करके संथ्या की है, बाकी भी प्यार दे नाल पूरी करनी, महाराज मेहर करनगे। हाँ जी। जैत श्री महला पंजवा। जैत श्री राग है पंजवें सतगुरु। हुण देखो जे आपां संथ्या ना करिए, ये गुरमुखी का 5 अंक लिखिया है, तो जे संथ्या ना करे आपां इनू की बोलांगे? आम तो 5 ही बोलांगे ना। जैत श्री महला 5 ये हुण संथ्या वाले ने दसिया ना भी ये बोलन का ढंग आ 5 वा। उमें निहंग सिंह का 5वां घ्यो नूं कहंदे ना, सरों तेल नूं 6वां कहंदे। ये आचारण का ढंग 5वां। ये हुण संथ्या जी पता लगू। हुण जिहड़े कहंदे अखर लिखे सही गावां है तो ठीक है, उही गाने आ, पर उन्हां गाउण दा ढंग तो कितों सीखना ही पऊगा। हुण लिखिया एक ओ, क्यों ज्ञानी जी? ओंकार तो नहीं लिखिया, कूड़ा खुले मूँह वाला। तो जे लिखिया ही पढ़ना जिमें लिखिया, फिर बोलना पऊगा एक ओ। क्यों बई? ठीक है ना। ये हुण किन दसिया? ये उस संप्रदाय ने दसिया ना भी इहदे आचारण का ढंग है एक ओंकार। मोरे गुरमुखी का एका पाया, उत्थे एका नहीं बोलते, उत्थे एक बोलते हैं। उत्थे अंक पाया एक। जिले आपां वर्णमाला च पढ़ांगे तो एक पढ़ांगे ना। इत्थे ये भी आचारण संथ्या वाले ने दसना भी इहदे आचारण का ढंग ईड़ी नूं सिहारी कक्का उत्ते आदਿਕ एक बोलना। लिखिया तो हैगा एका, गुरमुखी का एका ना, अंग्रेजी वालियां दा सीधा ही डंडा, ते आ उर्दू वालियां दा भी अल्फ कहंदे। अपना मरोड़ी दे के है। इस वास्ते वो भी हुण पहला ही अखर ला लो। जे संथ्या नहीं करांगे तो आपां नूं किवें पता लगूगा इहदा आचारण का रंग ढंग की है। कई हुण एक मकारे कही जाते कि एक का पूरा नहीं चारदे। ये हुण संथ्या तो ही गल्लां छोटियां छोटियां दा भेद खुलदा। इस वास्ते जैत श्री महला। हुण कई जगह मम्मा ते 2 बिंदियां पातियां, हाहा तो लल्ले नूं कन्ना ही नहीं पाया, उत्थे की बोलांगे? ते जिहड़े हुण घरां 'च प्रकाश करके बैठे आ, पातशाह दी पीड़ां लैइयां, अपने आप ही पाठी बने हुए है, तो जिहड़ा वो गलत पढ़न का पाप करते हैं वो किहदे जिम्मे है? जां तां स्वरूप देण वालियां दे, जां जिहड़े प्रकाश करके पढ़न वाले। इधर साडा ध्यान ही है नहीं। इस करके उत्थे हुण बसरगा 2 बिंदियां, वो आचारण का ढंग। हाँ जी। हाहा ते लल्ले नूं कन्ना महला बोलना पेओ। कई जगह आउंदा देव गंधार, कई जगह अंक पाया 5, पौड़ी नवी। बहुत इस तरह चीज़ां हैगियां जिहड़ा दसन तूं होना। साडे बेर साहब लड़ीवार कथा चलती है, उत्थे रामकली की पहली वार आ, बाहुआ सच्चे पातशाह तू सच्ची नाई। एक वारी आचारी है, 21 वारी आप पढ़नी पैंदी है। तो जिहड़े आपे बने हुए है वो कहंदे नहीं जी ये नहीं पढ़नी। इस करके देखो जिहड़े सियाणे हुंदे आ, काव्य रचना के कुछ नियम हुंदे आ। एक पैरे दीयां पंक्तियां 4 होंदियां, आखिरी पंक्ति जिहड़ी है वो टेक दी पंक्ति हुंदी है। जिहड़े आम किताबां 'च भी लिखिया हुंदा उन्हां थले बिंदियां पा दिंदे आ, अंक पूरा हुंदा, वो सियाणा आपे ही पढ़ लैंदा। ये टेक दी, क्योंकि महाराज काव पिंगल दे भी पूरे माहर आ, संगीत दे भी है, शास्त्र दे भी, अध्यात्म दे सारे पक्ष संपूर्ण है। उन्हें हर भेद रखा होया। उत्थे एक बारी उचारती अंक पूरे पाए हैं। जिन्ना चਿਰ पंक्ति पूरी नहीं उचारांगे तो किमें संपूर्ण होएगा। ते जिहड़े हुण संथ्या नहीं करते, मनमत करते हैं, वो बजर पाप करते हैं। आप तो गुमराह होया, दूआं नूं भी गुमराह करते हैं ऐसे लोग जिहड़े हैगे।
इस करके पंजवा हाँ जी वार सलोका नाल, वार नाम पौड़ी का हुंदा, 22 वारां ये सारी वार पंजवें पातशाह की उचारी हुई है मुकम्मल। बाकियां दूसरे गुरुआं दे भी सम्मिलित हैगे आ ते सलोकां दे नाल ये वार जिहड़ी ना सलोकां दे नाल 22 वारां आ। जिहड़ी 22 वारां तो बाणी वध गई सी वो बाद विच लिखता सलोक 12 ते वधीक, ये 22 वारां तो वधिया सलोक सी। हैडिंग देगा भी आ कित्थों ले आंदे, कोई शंका ना करे, नाल देगा। हुण 52 अखरी सी, पहला सलोक आया गुरदेव माता गुरदेव पिता, संपूर्णता ते फिर लिखगा। जिमें अजकल टुचरबादी है, लो जी ये 2 सलोक किमें कोई लिखते, तो महाराज छांके की निवृत्ति नाल ही पा गए ये सलोक आद अंत पढ़न। गज के बोलो। एक शास्त्रां की रीति हुंदी है, कोई चीज़ जिहदे शुरू करनी उन्होंने कहते उपक्रम, तो जिहदे संपूर्ण की जाए उन्होंने उपसंहार कहते हैं। ये शास्त्रां दे कोई नियम हुंदे। बाणी सस्से तो आरंभ की, 18 10वीं सस्से ते संपूर्ण करती। नियम हुंदे आ कोई। हुण इन्हां ने ना तो किसी साधु संत विद्वान की संगत करनी है, तो अपने ढंग नाल जो आउंदा ऊल जलूल आप तो नहीं डुबना। वो कहते कल्ले ना डुबीए नाल दूआं नूं लैके मरीए, पे आप तो नरक जाना, इन्हां नूं भी लै चलीए, उत्थे रौनक रहूगी। ना धर्म राजा नूं भी बहुती खेचल नहीं करनी पऊ, सारा टोला इकट्ठा ही मिल जाऊगा। इस करके पातशाह कहते वार सलोकां नाल, ये जिहड़ी वार आ सलोकां नाल सम्मिलित करके आचारी हुई है। जिमें हुण बसंत की वार महल पंजवा, उत्थे सलोक हैगा नाल। हुण इत्थे लिख गया हैडिंग विच कि सलोकां दे नाल है। कोई शंका वो रहन दिंदे नहीं, असीं फिर भी शंका कोई ना कोई शुरू कर लैंदे आ। मारन तो कोई शंका छड्डिया ही नहीं, पातशाह आपे किरपा करी जाते हैं। हाँ जी, वाहिगुरु परमेश्वर एक अद्वैत स्वरूप है, बाकी सारियां च द्वैश हैगी है। एक वो ही आ जिहड़ा द्वैश तो रहत, जां जिहदे तो उहदी किरपा होगी वो रहत हुंदा। बाकी तो तुसीं लै लो, देसां च लै लो, कौमां च लै लो, संस्थां च लै लो, किते लै लो, बस कोई ना कोई पंगा पिया ही रहिंदा। हुण दे योग तां इस्त्री पति पत्नी दे झगड़े है, भरावां दे है, पे मां दे है। हुण नशे वरती जांदे, मां नशा नहीं दिंदी, वो मां नूं गड्डी चढ़ी जांदे। हर रोज़ अखबारां पढ़दे हैं, प्यो मारता मां मारती। किहड़े पासे संसार तुरिया होया। द्वैश तो रहत अद्वैत स्वरूप इक्को एक परमात्मा है कि महाराज जोड़ा परमात्मा उहदा नाम की है, उहदा स्वरूप की है, कहते ओंकार। वो प्रकाश रूप है, उहदे च अंधकार है नहीं, वो प्रकाश स्वरूप है। सूरज च हनेरा हैगा, तो जिन सूरज नूं पैदा किया खट जोतियां दा प्रकाश क्या, उह च हनेरा कित्थों आ जाऊगा। इस करके ओंकार वो प्रकाश रूप है। सतगुर प्रसाद वो जिहड़ा प्रकाश रूप है। हुण लक्कड़ विच अग है, अग प्रकाश करदी है, तिलां विच प्रकाश हैगा, सरों च भी प्रकाश हैगा, हैगा कि नहीं, घी च भी प्रकाश हैगा, तो जुगती नहीं निकलूगा ना प्रकाश। जुगती बिना निकले होगा। हुण बांदर है और ठुर ठुर करी जाते हैं, वो लकड़ चों अग कढ़ के सेक लैणगे, प्रकाश लै लैणगे। ये मनुष्य जिन्होंने ये बुद्धि वो प्रकाश लैके होर कार्य भी सवारदे दूए नूं भी। इस तरह साडे अंदर भी वो ज्योति रूपी प्रकाश रूपी हैगा। प्रकाश रूप हुंदा होया उस प्रकाश नूं पाउण वास्ते भी कोई ना कोई यतन विधि मर्यादा करनी पैंदी हैगा। तो अंदर ही है, चीर फाड़ पर कुछ भी नहीं निकलना। जे सैंदा चीर फाड़ करके लजूगा डॉक्टर, जिहड़ा अध्यात्मवादी शब्द का अभ्यास करके लजूगा।
गज के बोलो। सतगुरु दी प्रसाद किरप। पंडित कल्याण सिंह बहुत विद्वान निर्मले संत सी। महाराज हरपाल कहते पंडित जी तुसी सारी उम्र ग्रंथ पढ़ते पढ़ाते रहे, वेदां शास्त्रां गल्लां करते रहे। वो परमात्मा सतचित आनंद स्वरूप है, प्रकाश स्वरूप है। वो परमात्मा नूं देखिया भी है पे ग्रंथां द्वारा ही गल करी जाने पे दो तो चार न्याणा भी कह दिंदा भी दो तो चार ही होने। ये तो न्याणे वाली गल ही है। दो जमा दो चार बन गए ना। ये देखिया भी है। वो कहता महाराज भी किरपा कर दो। संत कहते अखां मीठ। उन्हें अखां मीठ लईयां, कहते अखां खोल। उस वेले एक 5 साल के बालक के रूप च संत खड़े हैं। सुनहरी रंग के केस। कहते फिर सारा ब्रह्मंड प्रकाश विच भर गया। संत अलोप हो गए। कहते मारा मूसे मूँह तेज झलिया नहीं जाता पहले रूप च। फिर देखा संत खड़े। ये कमाई दियां गल्लां, बिना कमाई नहीं। गुरु दी प्रसाद जां गुरु दा बख्शा कोई महापुरख प्रसाद किरपा कर दे, फिर वो एक ओंकार सारे व्यापक भी है, अंदर भी है, बाहर भी है। उन्होंने देखण वास्ते ये 2 अखां सारा कुछ देखदियां। 2 तरह का देखदियां, एक तरह का नहीं देखदियां। जिद्दां इन्हां चों दवैश निकली, राग ते दवैश खत्म हो गई, उदण रब भी दिसण लग पऊगा। अखां दा प्रयोजन तो है ना, इन्हां एक देखना। ते रणजीत सिंह दी अख एक सी, तेरी इको अख सलखणी, जिन लखां तारे अज भी चेते करते हैं उन्होंने। इस करके वो सतगुरु की प्रसाद किरपा न प्राप्त हुंदा है। श्लोक दोहे की शक्ल का छंद है। वो महाराज जड़ा इहो जिहा परमेश्वर है उहदे बारे दस दिओ। कहंदे आद जदों सृष्टि नहीं सी रची, सृष्टि की आद मुंड तो पहलां भी वो पूरा ही सी। मध जिलिया रचना कर ली, जिलिया संसार की रचना सी नहीं सी की उदों भी पूरा सी, जदों रचना कर ली उदों भी पूरा। हुण माँ पे है, पहलां जवानी किवें टहकदी है, 2-4 न्याणे हो जाण ते पहले वाला रूप रंग रह जांदा, बदल जांदा ना। ते रब ने इन्ने करोड़ां खंड ब्रह्मंड आ, उहदे भी कोई फर्क पिया? वो तां नवतन बाला ही है। इस वास्ते तेरी चाल सुहावी मधराड़ी बाणी, पोपन कोकला तरल जुहानी, वह एक रस रहिंदा है। मद विच भी पूर्ण है। जदों सृष्टि का अंत परलो कर दिंदा है फिर भी वो पूरा ही है। फिर उन्होंने कोई शोक थोड़ी होंदा। महाराज नूं कहंदे भी महाराज आ किन्ना नुकसान होया डला। कहंदे लकीरां खिच कट दे। कहंदे तैनूं कारक शोक होया? कहंदे नहीं। कहंदे सानूं तां इवें ही है, सानूं नहीं है हैगा, साडे वास्ते बालो दी खेल ही है। इस करके कहंदे वो अंत विच भी संपूर्ण है। हाँ जी, सारी दुनिया रब रब करदी है, पर ज्ञानवान संतां दा करना बखरा। कबीर राम कहन मैं भेद है ता मैं एक विचार, सोई राम सभे कह सोई कौतक हार। वो जिहड़े संत उहदा किवें भजन करदे, सर्वत्र रमण व्यापक रूप जान के, कोई पत्थर की प्रतिमा, कोई फोटो विच, कोई किसी होर शरीर विच वजूद विच कल्प के रब उहदी पूजा कर रहे हैं। जिहड़े संत आ वो परिछिन्न दी नहीं विराट दी, सारे व्यापक रूप जान के उहदी पूजा करते, उहदा भजन करते हैं। वो जगत का ईश्वर कैसा है, सारे अग पापां नूं नाश करने वाला है। हुण जे कहिए भी ये पाप बहुत है,
ਇਹ ਇੰਨੀ ਛੇਤੀ ਕਿਵੇਂ ਨਾਲ ਸੁਣਗੇ? ਜਿਲੇ ਸੂਰਜ ਚੜ੍ਹਦਾ ਹਨੇਰਾ ਦੌੜ ਜਾਂਦਾ ਕਿ ਨਹੀਂ? ਉਸ ਵੇਲੇ ਦੀਵਾ ਵੇਲੇ ਹਨੇਰਾ ਜਾਏ, ਵੇਦ ਪਾਠ ਮਤ ਪਾਪਾਂ ਕਹੇ। ਬਾਣੀ 'ਚ ਇੰਨੀ ਤਾਕਤ ਹੈ, ਉਹ ਪਾਪ ਖਤਮ ਕਰ ਦਿੰਦੀ ਹੈ। ਇਹਦੇ ਵਿੱਚ ਐਸੀ ਤਾਕਤ ਹੈ, ਉਹ ਪਰਮੇਸ਼ਰ ਦਾ ਨਾਮ ਸਾਰੇ ਅੱਗ ਪਾਪਾਂ ਨੂੰ, ਜਿਵੇਂ ਅੱਗ ਦੀ ਚੰਗਿਆੜੀ ਕਿੱਡਾ ਵੱਡਾ ਢੇਰ ਹੋਵੇ ਫੂਕ ਕੇ ਸਵਾਹ ਕਰ ਦਿੰਦੀ, ਪਰਮੇਸ਼ਰ ਦਾ ਨਾਮ ਸਾਰੇ ਪਾਪਾਂ ਨੂੰ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਤ ਪਵਿੱਤ ਭਏ ਰਾਮ ਨਾਮ ਕਹਿਤੇ। ਕਹਿੰਦੇ ਉਹ ਕਾਸ਼ੀ ਦੇ ਵਿੱਚ ਕਿਸੇ ਤੋਂ ਗਾਂ ਮਰ ਗਈ, ਬਾਹਮਣਾਂ ਨੇ ਬਾਈ ਕੱਟ ਕਰਤਾ, ਇਹ ਮਾਂ ਘਾਤੀ ਹੈ, ਗਊ ਘਾਤੀ, ਕੋਈ ਇਹਨੂੰ ਰੋਟੀ ਪਾਣੀ ਨਾ ਦਿਓ। ਉਹ ਵਿਚਾਰਾ ਫਿਰਦਾ ਭੁੱਖ ਨਾਲ ਆਤਰ ਹੋਇਆ, ਸੰਤ ਤੁਲਸੀ ਦਾਸ ਦੇ ਡੇਰੇ ਚਲੇ ਗਿਆ। ਕਹਿੰਦੇ ਰਾਮ ਦਾ ਵਾਸਤਾ ਭੋਜਨ ਮਿਲੇ, ਜੇ ਰੱਬ ਦਾ ਨਾਂ ਲਿਆ। ਉਹ ਹੁਣ ਉਪਾਸ਼ਕ ਸੀ, ਭੋਜਨ ਖਿਲਾਤਾ। ਜਦੋਂ ਉਹਨਾਂ ਨੂੰ ਪਤਾ ਲੱਗਾ ਜਾਤੀ ਅਭਿਮਾਨੀਆਂ ਨੂੰ, ਕਹਿੰਦੇ ਤੁਲਸੀਦਾਸ ਤੂੰ ਆਪ ਵੀ ਬ੍ਰਾਹਮਣ ਹੋ ਕੇ ਇਹ ਗਊ ਘਾਤੀ ਨੂੰ ਭੋਜਨ ਦਿੱਤਾ? ਕਹਿੰਦੇ ਹਾਂ ਦਿੱਤਾ। ਕਹਿੰਦੇ ਇਹਦਾ ਮਾਂ ਦਾ ਘਾਤੀ ਸੀ। ਕਹਿੰਦੇ ਜਦੋਂ ਇਹਨੇ ਰੱਬ ਦਾ ਨਾਂ ਲਿਆ ਇਹਦਾ ਘਾਤ ਰਿਹਾ ਹੀ ਨਹੀਂ। ਕਹਿੰਦੇ ਪ੍ਰਮਾਣ? ਕਹਿੰਦੇ ਪ੍ਰਮਾਣੋ ਸ਼ਿਵ ਜੀ ਦਾ ਨੰਦੀ ਗਾਣਿਆ, ਹਰਾ ਘਾਹ ਲੈ ਕੇ ਇੰਨੇ ਗਜ 'ਤੇ ਖੜਾ ਕਰ ਦਿਓ, ਹੈਂ ਰੱਬ ਦਾ ਨਾਂ ਲਏ, ਜੇ ਤੋਂ ਆ ਕੇ ਜੜ੍ਹ ਤੋਂ ਚੇਤਨ ਹੋ ਕੇ ਖਾ ਲਵੇ ਤੁਹਾਨੂੰ ਪਤਾ ਲੱਗ ਜੂ ਵੀ ਪਾਪ ਲੈ ਗਏ। ਜਿਲੇ ਕੀਤਾ ਗਿਆ ਨੰਦੀਗਨ ਜੜ੍ਹ ਤੋਂ ਚੇਤਨ ਹੋ ਕੇ ਕਹਿੰਦੇ ਘਾਹ ਖਾਧਾ। ਉੱਥੇ ਨਾਮਦੇਵ ਨੇ ਆਚਾਰਿਆ ਨਾ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਤ ਪਵਿੱਤ ਭਏ ਰਾਮ ਨਾਮ ਕਹਿਤੇ। ਪਰਮੇਸ਼ਰ ਦੇ ਨਾਮ ਵਿੱਚ ਐਸੀ ਬਰਕਤ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ। ਉਹਨਾਂ ਦਾ ਦੇਖਣਾ, ਉਹਨਾਂ ਦਾ ਸੁਣਨਾ, ਉਹਨਾਂ ਦਾ ਸੁਣਾਉਣਾ ਸਾਰਾ ਬ੍ਰਹਮ ਪਰਮੇਸ਼ਰ ਸੰਬੰਧੀ ਹੀ ਹੁੰਦਾ ਹੈ। ਮਨ ਵਿੱਚ ਉਹਨੇ ਸੱਚ ਨੂੰ ਦ੍ਰਿੜ ਕੀਤਾ। ਭਾਈ ਤਾਰੂ ਸਿੰਘ ਲੈ ਲਓ, ਬੋਤਾ ਸਿੰਘ ਗਰਜਾ ਸਿੰਘ ਲੈ ਲਓ, ਭਾਈ ਸਾਹਿਬ ਭਾਈ ਮਨੀ ਸਿੰਘ ਲੈ ਲਓ, ਬੰਦਾ ਬਹਾਦਰ, ਸਵੇਗ ਸਿੰਘ, ਸ਼ਿਵਾਜ ਸਿੰਘ, ਥੋੜੀਆਂ ਸਜ਼ਾ ਦਿੱਤੀਆਂ ਸਖਤ, ਪਰ ਸੱਚ ਦ੍ਰਿੜ ਸੀ। ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਭਜੀ। ਐਉਂ ਕੋਪਰੀ ਲੈ ਆਉਂ ਬੈਠਾ। ਹੁਣ ਥੋੜ੍ਹੇ ਦਿਨ ਹੀ ਹੋਇਆ ਉਹਦਾ ਦਿਨ ਮਨਾਇਆ ਸੰਗਤ ਨੇ, 21 ਦਿਨ ਬੈਠਾ ਰਿਹਾ। ਭਾਈ ਸਾਹਿਬ ਕੀ ਗੱਲ? ਕਹਿੰਦੇ ਇਹਦੀ ਮੀਰ ਮਨੂੰ ਦੀ 21 ਦਿਨ ਉਮਰੇ ਨੂੰ ਨਰਕ 'ਚ ਸੁੱਟ ਕੇ ਫੇਰ ਜਾਣਾ। ਉਹਦੀਆਂ ਦੋਨੋਂ ਕਲਾਂ ਬੰਦ ਹੋ ਗਈਆਂ। ਫਿਰ ਨਵਾਬ ਕਪੂਰ ਸਿੰਘ ਬੇਨਤੀ ਕੀਤੀ, ਕਹਿੰਦੇ ਭਾਈ ਤਾਰੂ ਸਿੰਘ ਦੇ ਚਰਨਾਂ ਦੀ ਚਰਨ ਦਾਸੀ 100 ਸਿਰ ਦੇ ਵਿੱਚ ਮਰਵਾ। 100 ਛਿੱਤਰ ਸਿਰ 'ਚ ਪਿਆ, ਫੇਰ ਬਾਂਹ ਨੂੰ ਖੋਲ੍ਹਿਆ। ਇੱਧਰ ਭਾਈ ਤਾਰੂ ਸਿੰਘ ਦਾ ਸਮਾਧ ਆ, ਮਗਰ ਉਹਦੀ ਉਹ ਕਬਰ ਜਿਹੀ ਬਣੀ। ਉਹ ਜਦੋਂ ਗਏ ਦਰਸ਼ਨ ਕੀਤਾ ਭਾਈ ਤਾਰੂ ਸਿੰਘ ਦਾ, ਨਾਲੇ ਉੱਥੇ ਲੋਕ ਸਜਦੇ ਕਰਦੇ, ਨਮਸਕਾਰਾਂ ਕਰਦੇ। ਉਹਦੇ ਜੀਂਦੇ ਦੇ ਵੀ ਜੁੱਤੀਆਂ, ਮਰੇ ਦੇ ਵੀ ਜੁੱਤੀਆਂ ਪਈ ਜਾਂਦੀਆਂ, ਜੇ ਇਹੋ ਜਿਹੇ ਕਰਮ ਕੋਈ ਕਰਦਾ। ਭਾਈ ਤਾਰੂ ਸਿੰਘ ਇਸ ਤਰ੍ਹਾਂ ਹੋਰ ਮਹਾਂਪੁਰ ਗੁਰਸਿੱਖ, ਉਹਨੇ ਅੰਦਰ ਸੱਚ ਨੂੰ ਦ੍ਰਿੜ ਪ੍ਰਪੱਕ ਕਰ ਲਿਆ ਹੈ। ਉਹਨਾਂ ਦੀ ਦ੍ਰਿਸ਼ਟੀ ਨਹੀਂ ਮਹਾਨ ਬਣ ਗਈ। ਸਰਬੱਤਰ ਜਿਹੜਾ ਉਹਨਾਂ ਨੂੰ ਕੋਈ ਫੁੱਲਾਂ ਦੀ ਮਾਲਾ ਪਨਾਉਂਦਾ, ਭੋਜਨ ਛਕਾਉਂਦਾ, ਹਾਂਜੀ, ਅਤੇ ਹਥਿਆਰ ਲੈ ਕੇ ਕੱਟਦਾ ਵੱਢਦਾ, ਉਹ ਸਰਬੱਤਰ ਵਿਆਪਕ ਜਾਣ ਕੇ ਉਹਨਾਂ ਦੇ ਅੰਦਰ ਦੋਖ ਦ੍ਰਿਸ਼ਟੀ ਨਹੀਂ ਆਉਂਦੀ ਹੈ। ਬਸ ਜਿਹੋ ਜਿਹਾ ਵੀ ਪਰਮਾਤਮਾ ਭਾਣਾ ਵਰਤਾਉਂਦਾ, ਉਸ ਰੰਗ ਵਿੱਚ ਉਹ ਰਚੇ ਰਹਿੰਦੇ ਹਨ। ਅਰਥ ਦਾ ਹੋਰ ਖੁਲਾਸਾ ਪੌੜੀ ਵਿੱਚ ਸੌਖੇ ਢੰਗ ਨਾਲ ਅਰਥ ਕਰ ਦਿੰਦੇ ਹਨ। ਉਹ ਜਿਹੜੇ ਗੁਰਮੁਖ ਪਿਆਰੇ, ਉਹਨਾਂ ਦਾ ਲੱਛਣ ਕੀ ਹੈ? ਹਰੀ ਸਭ ਨੂੰ ਹਰਿਆਂ ਭਰਿਆ ਕਰਨ ਵਾਲਾ, ਨਿਰੰਜਨ ਮਾਇਆ ਰੂਪੀ ਅੰਜਨ ਕਾਲਕ ਤੋਂ ਜਿਹੜਾ ਰਹਿਤ, ਉਸ ਪਰਮੇਸ਼ਰ ਦਾ ਜਸ ਗਾਉਂਦੇ ਹਨ। ਸਾਰਿਆਂ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਨੂੰ, ਆਪਣੇ ਵੀ ਦੂਜਿਆਂ ਦੇ ਵੀ ਅੰਤਰ ਬਾਹਰ ਇੱਕੋ ਰਵਿਆ ਦੇਖਦੇ ਹਨ। ਉਹ ਪਰਮੇਸ਼ਰ ਐਸਾ ਸਰਵ ਸ਼ਕਤੀਮਾਨ ਆ। ਇੱਥੇ ਦੇ ਜਿਹੜੇ ਸਨਾਤਨੀ ਸੀ,
ਕਹਿੰਦੇ ਵੀ ਹੁਣ ਮੁਸਲਮਾਨਾਂ ਦਾ ਤਪ ਤੇਜ ਆ, ਜਿਵੇਂ ਦਿਨ ਨਿਕਲਦੇ ਕੱਟ ਲਓ। ਢੇਰੀ ਢਾਹ ਕੇ ਬਹਿ ਗਿਆ ਸੀ। ਮਹਾਰਾਜ ਕਹਿੰਦੇ ਇਉਂ ਨਹੀਂ ਦਿਨ ਨਿਕਲਦੇ ਹੁੰਦੇ। ਦਾਦੂ ਦਾਵਾ ਬਣ ਕੇ ਦੁਨੀਆ ਲਈਏ ਲੋਟੇ, ਕੋ ਰਹਿਸੀ ਖਾਲਸਾ ਹੋਰ ਮਰਸੀ ਸਭ ਹੋਠ। ਯਾਤਰਾਮ ਕਹਿੰਦਾ ਸੀ ਨਾ, ਦਾਦੂ ਜੀ ਨੇ ਕਿਹਾ ਕਿ ਦਾਦੂ ਦਾਵਾ ਛੱਡ ਕੇ ਨਿਰਦਾਵੇ ਦਿਨ ਕੱਟ, ਖੇਤੀ ਸੌਦਾ ਕਰ ਗਈ ਇਸ ਵਪਾਰੀ ਦੀ ਹੱਟ। ਕਹਿੰਦੇ ਕਿੱਥੇ ਕਰਨ ਦਿੰਦੇ ਆ ਦੁਸ਼ਟ ਜਿਹੜੇ ਆ, ਉਹਨਾਂ ਨਾਲ ਤਾਂ ਫਿਰ ਕਰਨਾ ਹੀ ਪੈਂਦਾ। ਇਸ ਕਰਕੇ ਤੇ ਮਹਾਰਾਜ ਨੇ ਦੇਖ ਲਓ, ਛੇਵੇਂ ਪਾਤਸ਼ਾਹ ਨੇ ਪੰਜਵੇਂ ਸ਼ਹੀਦ ਹੋਏ। ਲੈ ਵੀ ਹੁਣ ਇਹ ਖਤਮ ਹੋ, ਅਕਾਲ ਤਖਤ ਸਿਰਜਣਾ ਹੋ ਗਈ, ਫੌਜਾਂ ਰੱਖੀਆਂ, 4 ਜੰਗ 4 'ਚ ਸ਼ਿਕਸਤ, 10 ਦਿੱਤਾ 50 ਕੁਛ ਉਹ ਕਰ ਸਕਦੇ। ਫਿਰ 10ਵੇਂ ਨੇ 4 ਕਿਲ ਤਖਤ ਹੋਰ ਬਣਾ ਲਏ, ਕਿੰਨੇ ਜੰਗ 21 ਜੰਗ ਗਲ ਪਾਏ, ਸਾਰਿਆਂ 'ਚ ਸ਼ਿਕਸਤ ਦਿੱਤੀ, ਖਾਲਸਾ ਸਾਜਿਆ। ਉਸੇ ਰਾਜ ਵਿੱਚ ਦਰਬਾਰ ਢਾਏ, ਹਰਮੰਦਰ ਸਰੋਵਰ ਪੂਰੇ, ਖਾਲਸਿਆਂ ਨੂੰ ਉਸੇ ਰਾਜ ਵਿੱਚ ਫੇਰ ਬਣਾ ਲਿਆ। ਆ ਦੂਏ ਪਾਸੇ ਲਾਣਾ ਬਾਣਾ ਰੌਲਾ ਪਾਈ ਜਾਂਦਾ, ਕਦੀ ਕਿਸੇ ਮੰਦਰ ਦਾ ਕਦੀ ਕਿਸੇ ਦਾ। ਹੁਣ ਰਾਜ ਵੀ ਇਹਨਾਂ ਦਾ ਆ ਗਿਆ, ਹਾਲੇ ਵੀ ਨਹੀਂ ਬਣਦੇ। ਖਾਲਸਿਆਂ 'ਚ ਹੀ ਹੈ ਨਾ ਬਰਕਤ। ਜਿਨ੍ਹਾਂ ਨੇ ਕੀਤੇ ਉਸੇ ਰਾਜ ਵਿੱਚ। ਕਹਿੰਦੇ ਕੋਈ ਦੀਵਾ ਬਾਲੇਗਾ? ਕਹਿੰਦੇ ਹਾਂ। ਤੇ ਭਾਈ ਥਰਾਜ ਸਿੰਘ ਦੇਖ ਲਓ, ਪਹਿਰਾ ਲਗਾਇਆ, ਸਰੋਵਰ ਤਰ ਕੇ ਕਿਵੇਂ ਗਏ, ਅੰਦਰ ਜੋਤ ਜਗਾ ਕੇ ਆਏ। ਬਲਸਾ ਰੰਗੜ ਕੀ ਕਰਦਾ ਉਸ, ਦੇਖ ਲਓ ਖਾਲਸੇ। ਸੋ ਇਸ ਵਾਸਤੇ ਜੜੀ ਗੱਲ ਲੋਕ ਕਹਿੰਦੇ ਨਹੀਂ ਹੋ ਸਕਦੀ, ਜਦੋਂ ਉਸ ਮਾਲਕ 'ਤੇ ਭਰੋਸਾ ਧਾਰ ਲਈਏ ਉਹ ਫਿਰ ਸਾਰਾ ਕੁਝ ਹੀ ਕਰਾ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਲੀਲਾ ਇਹੋ ਜਿਹੀ ਵਰਤਾ ਦਿੰਦਾ, ਨੀਕੀ ਕੀਰੀ ਮੈਂ ਕੱਲ ਰੱਖੈ, ਭਸਮ ਕਰੈ ਲਸਕਰ ਕੋਟ ਲੱਖ ਹੈ। ਇਸ ਕਰਕੇ ਕਹਿੰਦੇ ਆ ਕਰਨ ਕਾਰਨ ਸੋਈ, ਉਹ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ। ਖਿੰਨ ਵਿੱਚ ਹੀ ਇਹ ਸ੍ਰਿਸ਼ਟੀ ਨੂੰ ਤਾਪ ਦਿੰਦਾ, ਪੈਦਾ ਕਰਨਾ ਖਿੰਨ 'ਚ ਤਾਪ ਪਰਲੋ ਕਰ ਦਿੰਦਾ। ਹੁਣ ਆ ਦੇਖੋ ਕੀ ਬਿਮਾਰੀ ਜਿਹੀ ਆਈ ਸੀ ਨਾ, ਕਰੋਨਾ। ਹੁਣ ਆ ਕਈ ਵਾਰੀ ਹੁੰਦਾ ਚੱਕਾ ਜਾਮ ਕਰਾਂਗੇ, ਇਹ ਤਾਂ 4 ਬੱਸਾਂ ਜਾਮ ਕਰਤੀਆਂ, ਹੁਣ ਸਾਰੀ ਦੁਨੀਆ ਹੀ ਜਾਮ ਕਰਤੀ। ਅੱਜ ਦੀ ਕਰੋਨੇ ਦੀ ਸ਼ਕਲ ਦੇਖੀ ਕਿਸੇ ਨੇ? ਡਾਕਟਰਾਂ ਨੂੰ ਪੁੱਛੋ ਵੀ ਕੀੜੇ ਦੀ ਸ਼ਕਲ ਕਿਹੋ ਜਿਹੀ ਫੋਟੋ ਖਿੱਚੀ ਹੈ ਇਹਦੀ। ਕਰੋਨੇ ਦਾ ਅਰਥ ਅਸੀਂ ਕੀਤਾ ਵੀ ਕਰੋ ਨਾ, ਅੰਦਰ ਵੜ ਕੇ ਬਹਿ ਜਾਓ, ਕੁਝ ਨਾ ਕਰੋ, ਸਾਰੇ ਅੰਦਰ ਬਹਾਲ ਦਿੱਤੇ। ਸੰਧੀ ਛੇਦ ਕਰਤਾ ਨਾ ਕਰੋ ਨਾ, ਕਰੋਨੇ ਦਾ ਕਰੋ ਨਾ, ਕੁਝ ਵੀ ਅੰਦਰ ਵੜ ਜਾਓ। ਅੰਦਰ ਵੜਦੇ ਕਿ ਨਹੀਂ ਸਾਰੇ? ਪੋਜ਼ਿਟਿਵ ਹੋਇਆ ਜੀ 14 ਦਿਨ ਬਾਹਰ ਨਾ ਨਿਕਲਿਓ। ਤੇ ਜੇ ਉਵੇਂ ਕਹੀਏ 14 ਦਿਨ ਅੰਦਰ ਬਹਿ ਕੇ ਭੋਰੇ 'ਚ ਭਜਨ ਕਰ ਲਓ, ਕੋਈ ਬਹਿਣ ਨੂੰ ਤਿਆਰ ਆ? ਇਹ ਕਰੋਨਾ ਵੀ ਨਹੀਂ ਆਊਗਾ। ਪਰ ਦੇਖ ਲਓ ਪਰਮੇਸ਼ਰ ਦੀ ਬੇਅੰਤ ਲੀਲਾ ਕੈਸੀ, ਏਅਰਪੋਰਟਾਂ ਕੀ, ਰੇਲਾਂ ਕੀ, ਸਾਰਾ ਕੁਛ ਜਾਮ ਕਰਕੇ ਰੱਖਤਾ। ਉਹ ਕਈ ਵਾਰੀ ਆਪਣਾ ਦਿਖਾਉਂਦਾ ਵੀ ਮੈਂ ਹੈਗਾ, ਇਹ ਕਹਿੰਦੇ ਨੇ ਨਹੀਂ ਰੱਬ ਕੋਈ ਨਹੀਂ, ਉਹ ਫਿਰ ਇਉਂ ਦਿਖਾ ਦਿੰਦਾ ਕੋਈ ਨਾ ਕੋਈ। ਕਈ ਕਹਿੰਦੇ ਕੁਦਰਤ ਹੈ, ਉਹਨਾਂ ਨੂੰ ਪੁੱਛੋ ਵੀ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਹੀਂ ਪਾਕ। ਇਹ ਪ੍ਰਚਾਰ ਬੜਾ ਕਰਦੇ ਕੁਦਰਤ ਆ, ਕਾਦਰ ਕੋਈ ਨਹੀਂ। ਤੇਰੇ ਜਨਮ ਵਿੱਚ ਤੇਰੇ ਮਾਤਾ ਪਿਤਾ ਦਾ ਸੰਯੋਗ ਹੈ ਕਿ ਇਕੱਲਿਆਂ ਤੇ ਜੰਮ ਪਿਆਂ ਨੂੰ? ਕੁਦਰਤ ਦਾ ਮਾਲਕ ਵੀ ਕੋਈ ਹੈਗਾ, ਉਹਦਾ ਨਾਮ ਹੈ ਕਾਦਰ। ਕਾਰਨ ਕਰਤੇ ਬਸ ਹੈ ਜਿਨ ਕਲ ਰਾਖੀ ਧਾਰ। ਇਹ ਲੋਕ ਕਿੰਨੇ ਭਰਮ ਭੁਲੇਖਿਆਂ 'ਚ ਪਏ ਹੋਏ ਆ। ਪਾਤਸ਼ਾਹ ਕਹਿੰਦੇ ਉਹ ਖਿੰਨ ਵਿੱਚ ਹੀ, ਖਿੰਨ ਮੈਂ ਓਪਤ ਪਰਲੋ ਕਰਤਾ, ਜੋ ਚਾਹੇ ਕਰਾ ਸਕਦਾ ਹੈ। ਉਸ ਮਾਲਕ ਤੋਂ ਬਿਨਾਂ ਐਸੀ ਸਮਰੱਥਾ ਰੱਖਣ ਵਾਲਾ ਦੂਜਾ ਤੀਜਾ ਹੋਰ ਕੋਈ ਵੀ ਨਹੀਂ ਹੈ। ਉਹ ਤਾਂ ਖੰਡਾਂ ਬ੍ਰਹਿਮੰਡਾਂ ਪਤਾਲਾਂ ਦੀਪਾਂ ਦੇ ਵਿੱਚ ਟਾਪੂਆਂ 'ਚ ਹਰ ਜਗ੍ਹਾ। ਕਹਿੰਦੇ ਉਹ ਮੁਹੰਮਦ ਸਾਹਿਬ ਜਾ ਰਹੇ ਸੀ, ਉੱਥੇ ਊਠਾਂ ਦੀ ਕਤਾਰ ਲੰਘ ਰਹੀ ਹੈ, ਉਹਨਾਂ ਦੇ 2-2 ਸੰਦੂਕ ਲੱਦੇ ਹੈ। ਉਹ ਦੇਖਦੇ ਜਿਵੇਂ ਆਪਣੇ ਟ੍ਰੈਫਿਕ ਬਹੁਤ ਹੈ ਨਾ, ਕਈ ਤਾਂ ਮਲਕ ਨਿਕਲ ਜਾਂਦੇ, ਕਈ ਦੇਖੀ ਜਾਂਦੇ। ਉਹ ਲਾਮਡੋਰ ਬੰਦ ਨਹੀਂ ਹੁੰਦੀ ਅਤੇ ਲੰਘ ਨਹੀਂ ਹੁੰਦਾ, ਊਠਾਂ ਦੀ ਕਤਾਰ ਆਈ ਜਾਂਦੀ। ਮੁਹੰਮਦ ਸਾਹਿਬ ਕਿਤੇ
ਕਤਾਰ ਟੁੱਟੇ ਤੇ ਲੰਘਾਂ। ਜਦ ਨੂੰ ਜਬਰਾਇਲ ਫਰਿਸ਼ਤਾ ਆ ਗਿਆ, ਕਹਿੰਦੇ ਮੁਹੰਮਦ ਸਾਹਿਬ ਕੀ ਸੋਚਦੇ ਆ? ਕਹਿੰਦੇ ਮਹਾਰਾਜ ਰਾਹ ਮਿਲੇ ਤੇ ਲੰਘਾਂ। ਕਹਿੰਦੇ ਤਾਂ ਮੇਰੇ ਤੋਂ ਵੀ ਪਹਿਲਾਂ ਦੀ ਲੱਗੀ ਹੋਈ ਹੈ, ਚੱਲੀ ਹੋਈ, ਤੂੰ ਲੰਘਣਾ ਵਿੱਚ ਹੀ, ਹਾਂ ਲੰਘ ਜਾ। ਕਹਿੰਦੇ ਮਹਾਰਾਜ ਊਠਾਂ 'ਤੇ ਕੀ ਲੱਦਿਆ ਹੋਇਆ? ਕਹਿੰਦੇ ਇੱਕ ਦੀ ਲਗਾਮ ਫੜ ਲਾ, ਪਾਸੇ ਬਾਲ ਲਾ ਅਤੇ ਦੇਖ ਲਾ। ਜਿਲੇ ਉਹ ਸੰਦੂਕ ਖੋਲ੍ਹੇ ਉਹਦੇ 'ਚ ਬੜੇ ਬੜੇ ਅੰਡ ਹਨ। ਜਿਲੇ ਉਹ ਪੋੜ ਕੇ ਦੇਖਦਾ, ਇੱਕ ਜਬਰਾਇਲ ਅਤੇ ਇੱਕ ਮੁਹੰਮਦ ਵਿੱਚ ਬੈਠਾ। ਕਈ ਮੁਹੰਮਦ ਖੜੇ दरबार, पार न पवै बेशुमार। रसूल साल दुनिया में आया, जब चाया तब पकड़ मंगाया। कौन नानक सुन बाबर बंदे, पाक खदाए और सब गंदे। ਉਹਦਾ ਅੰਤ ਹੀ ਨਹੀਂ। ਰੋਜ਼ ਜਪਜੀ ਸਾਹਿਬ ਪੜ੍ਹਦੇ हैं, कहते कान महेश, कोई अंत ही है नहीं। ਉਹਦੇ दरबार 'ਚ किन्ने राम कृष्ण के अवतार भी अनेक हैं, कोई अंत है? अनेक हैं फिर एक है, अनेक होंदा होया फिर एक है, ऐसा परमेश्वर है। इस करके महाराज दसदे आखिरी बेनतियां हन। हाँ जी, खंडां ब्रह्मंडां पतालां विच सारियां जगह 'चों परमात्मा रविया मैंने व्यापक हो रहा है। जीते कृपा करके ये ज्ञान की गल बुझाउंदा, ਉਹੀ ਇਸ ਗੱਲ ਨੂੰ ਬੁੱਝਦਾ ਹੈ। ਉਹ ਜਿਹੜਾ ਜਨ ਨਿਰਮਲ ਪਵਿੱਤਰ ਆ, ਉਹਦੀ ਸੋਭਾ ਵੀ ਬੜੀ ਨਿਰਮਲ ਅਤੇ ਪਵਿੱਤਰ ਹੈ। ਇਹ ਸਤਸੰਗੀਓ ਜੋ ਮੱਧ ਤੱਕ ਸੰਥਾ ਹੋਈ ਹੈ ਅਤੇ ਪਾਠ ਜਿਹੜਾ ਉਹਦੀ ਵਿਆਖਿਆ ਹੀ ਆਪਾਂ ਕੀਤੀ ਹੈ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਇਸੇ ਨਿਮਿਤ ਨਾਲ ਦੇਖੋ ਸੰਥਿਆ ਵਾਲੇ ਵੀ ਆਏ ਹੈ, ਗਿਆਨੀ ਜੀ ਆਏ ਹੈ, ਰਾਗੀ ਸਿੰਘ, ਹੋਰ ਵੀ ਪਤਵੰਤ ਅਤੇ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ। ਗ੍ਰੰਥੀ ਦਾ ਆਪਾਂ ਪੰਜਾਬੀ ਦਾ ਲਾ ਲੈਂਦੇ ਹਾਂ, ਹੈਡ ਅੰਗਰੇਜ਼ੀ ਦਾ ਲਾ ਲੈਂਦੇ ਹਾਂ। ਕਿਉਂ ਪੰਜਾਬੀ ਆਪਾਂ ਨੂੰ ਚੰਗੀ ਨਹੀਂ ਲੱਗਦੀ, ਆਪਣੀ ਬੋਲੀ ਨਹੀਂ ਚੰਗੀ ਲੱਗਦੀ। ਹੁਣ ਮਾਈਆਂ ਵੀ ਅੰਗਰੇਜ਼ੀ ਬੋਲਣ ਲੱਗ ਪਈਆਂ ਅਨਪੜ੍ਹ। ਹਾਂਜੀ, ਉਹ ਬਿੰਡੋ ਦਾ ਕਹਿਣਾ ਨਹੀਂ ਹੋਇਆ, ਕਹਿਣਗੇ ਬਿੰਡਾ ਬੰਦ ਕਰ ਦਿਓ। ਜਿੱਦਣ ਐਤਵਾਰ ਹੁੰਦਾ, ਅੱਜ ਸੰਡਾ ਆ, ਉਹ ਝੋਟਾ ਲਈ ਫਿਰਦੀਆਂ। ਸੋ ਇਸ ਵਾਸਤੇ ਮਤਲਬ ਸਾਨੂੰ ਆਪਣੀ ਬੋਲੀ ਦਾ ਪਿਆਰ ਚੱਲੇਗਾ। ਹੁਣ ਮਾਫ਼ ਕਰਿਓ, ਗੁੱਸਾ ਨਾ ਕਰਿਓ। ਆ ਜਿਹੜੇ ਸਾਡੇ ਬੱਚੇ ਬੱਚੀਆਂ ਨੂੰ, ਇਹਨਾਂ ਨੂੰ ਤੁਸੀਂ ਪੰਜਾਬੀ 'ਚ ਫੋਨ ਦਾ ਨੰਬਰ ਦੱਸ ਦਿਓ, ਉਹਨਾਂ ਨੂੰ ਫੋਨ ਨਹੀਂ ਲਾਉਣਾ ਆਉਂਦਾ। ਅੰਗਰੇਜ਼ੀ 'ਚ ਅੰਕ ਦੱਸੋ, ਫਿਰ ਪਤਾ ਲੱਗਦਾ। ਸਾਡੇ ਘਰੋਂ ਸਾਡੀ ਬੋਲੀ ਵੀ ਨਿਕਲ ਗਈ, ਬਾਣੀ ਵੀ, ਬਾਣਾ ਵੀ। ਆ ਸਕੂਲਾਂ ਕਾਲਜਾਂ 'ਚ ਭੇਜਦੇ ਹਾਂ, ਬਸ ਸਾਡੇ ਦੇ ਸਭਤਾ ਕੀ ਹੈ, ਉਹੀ ਬੂੰਗੜੀਆਂ ਸੂੰਗੜੀਆਂ ਜਿਹੀਆਂ ਪਾਈ ਫਿਰਦੇ ਹਾਂ। ਕੋਈ ਜ਼ੁਰਤ ਜਾਂ ਕੋਈ ਹੈ ਨਹੀਂ, ਕੰਡ ਪਿਆ ਸੀ। ਅਤੇ ਅਮਰੀਕਾ ਦੇ ਸਿੱਖ ਜੋਗੀ ਨੇ ਜਿਹੜੇ ਬਣਾਏ ਹੈ, ਉਹ ਦੇਖ ਲਓ, ਉਹ ਤਾਂ ਬਾਣਾ ਬਾਣੀ ਨਾਲ ਜੁੜੇ। ਅਸੀਂ ਜਿਹੜੇ ਇੱਥੇ ਹਾਂ, ਗੱਲਾਂ ਤਾਂ ਬਾਣੀ ਦੀਆਂ ਕਰਦੇ ਹਾਂ, ਬਾਣੇ ਦੀਆਂ। ਸਾਡੇ ਕੋਲ ਸਾਰਾ ਕੁਝ ਖੁੱਸਦਾ ਜਾ ਰਿਹਾ। ਉਹ ਸਾਡੇ ਇੱਕ ਡੇਰੇ ਵਾਲੇ, ਉਹਨੇ ਵੀ ਉਹ ਅਕੈਡਮੀ ਜਿਹੀ ਖੋਲ੍ਹੀ। ਉਹ ਬੀਬੀਆਂ ਆਈਆਂ, ਘੱਗਰੀਆਂ ਜਿਹੀਆਂ ਪਾਈਆਂ। ਮੈਂ ਕਿਹਾ ਆਹ ਕੀ ਹੈ? ਤੁਸੀਂ ਕਹਿੰਦੇ ਗੁਰਮਤਿ ਪ੍ਰਚਾਰ ਕਰਨਾ। ਆ ਗੁਰਮੁਖ ਹੈ, ਮਨਮੁਖ ਹੈ। ਅਗੇ ਜੀ ਕੀ ਕਰੀਏ? ਮੈਂ ਕਰਨਾ ਕੀ ਹੈ? ਫੀਸਾਂ ਰੜੀਆਂ ਠੋਕੀ ਜਾਂਦੇ ਹਾਂ, ਅਤੇ ਇਹਨਾਂ ਨੂੰ ਬਾਣੀ ਵੀ ਦਿਓ, ਬਾਣਾ ਵੀ ਦਿਓ। ਸੋ ਇਸ ਵਾਸਤੇ ਇਹ ਸਾਡੇ ਘਰਾਂ 'ਚੋਂ ਸਾਰੀਆਂ ਚੀਜ਼ਾਂ ਅੱਜ ਲੋਪ ਹੋ ਰਹੀਆਂ। ਠੀਕ ਹੈ, ਜਿੰਨੀ ਮਰਜ਼ੀ ਵਿੱਦਿਆ ਪੜ੍ਹੋ, ਕੋਈ ਨਹੀਂ ਰੋਕਦਾ, ਪਰ ਨਾਲ ਨਾਲ ਸਾਡੀ ਮਾਂ ਬੋਲੀ, ਇਹ ਮਾਤਾ ਦੀ ਬੋਲੀ। ਬਾਕੀ ਪੜ੍ਹਿਆ ਵੀ ਭੁੱਲ ਜਾਂਦਾ, ਅਖਬਾਰ ਜੋਗਾ ਰਹਿ ਜਾਂਦਾ, ਅਤੇ ਜਿਹੜੀ ਮਾਂ ਨੇ ਪੜ੍ਹਾਈ ਉਹ ਨਹੀਂ ਭੁੱਲਦੀ। ਇਹਨੂੰ ਪੇ ਲੈਂਗੁਏਜ ਤਾਂ ਨਹੀਂ ਕਹਿੰਦਾ ਕੋਈ, ਮਦਰ ਟੰਗ ਕਹਿੰਦੇ ਨਾ, ਮਾਤ ਭਾਸ਼ਾ। ਸੋ ਇਸ ਵਾਸਤੇ ਇਹ ਬੱਚੇ ਬੱਚੀਆਂ ਨੂੰ ਅਸੀਂ ਆਪਣੇ ਆਪ ਤੋੜੀ ਜਾਂਦੇ ਹਾਂ। ਇਹ ਬਾਣੀ ਜਿਹੜੀ ਸੀ ਸੰਸਕ੍ਰਿਤ ਦੇ ਵਿੱਚ ਗ੍ਰੰਥ ਸੀਗੇ, ਹੋਰ ਬੋਲੀਆਂ ਸੀ। ਮਹਾਰਾਜ ਨੇ ਕਿਉਂ ਕਿਰਪਾ ਕੀਤੀ? ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਕਹਿੰਦੇ ਅੰਗਰੇਜ਼ੀ ਬਿਨਾਂ ਸਰਦਾ ਨਹੀਂ। ਆ ਮਹਾਰਾਜ ਸਾਰੇ ਦੇਸ਼ਾਂ 'ਚ ਘੁੰਮੇ ਆ। ਗੁਰੂ ਨਾਨਕ ਸਾਹਿਬ ਜਿੱਡਾ ਦਾ ਪ੍ਰਚਾਰ ਕਿਸੇ ਨੇ ਕੀਤਾ ਹੀ ਨਹੀਂ ਹੋਣਾ।
ਕੀਤਾ ਕਿ ਨਹੀਂ ਕੀਤਾ? ਉਹ ਛੱਜੂ ਝੀਰ ਦੇ ਸਿਰ 'ਤੇ ਸੋਟੀ ਰੱਖ ਦੇਣ, ਉਹਨੂੰ ਸੰਸਕ੍ਰਿਤ ਬੁਲਾ ਦਿੰਦੇ, ਤੇ ਉਹਨੂੰ ਪੰਜਾਬੀ ਬੁਲਾਉਣੀ ਕੀ ਔਖੀ ਹੈ? ਗੱਜ ਕੇ ਬੋਲੋ। ਜਿਹੜੇ ਕਾਸ਼ੀ 'ਚ ਗਏ ਸੀ ਉਹ ਇਕੱਠੇ ਹੋ ਕੇ ਆ ਗਏ, ਅਸੀਂ ਸ਼ਾਸਤਰ ਅਰਥ ਕਰਨਾ। ਮਹਾਰਾਜ ਕਹਿੰਦੇ ਦੇਖ ਲਓ, ਬਹਿਸ ਕਰਨੀ, ਵਿਚਾਰ ਕਰਨੀ। ਕਹਿੰਦੇ ਜੇ ਫਿਰ ਕਰਨਾ, ਇੱਕ ਕੂਕਰ ਤੂੰ ਕਰਾ ਦਿੰਦੇ ਹਾਂ। ਆਖਿਆ ਕਿਵੇਂ? ਮਹਾਰਾਜ ਨੇ ਸੋਟੀ ਰੱਖੀ, ਉਹ ਬੋਲਣ ਲੱਗ ਪਿਆ। ਕਹਿੰਦੇ ਮੈਂ ਤੁਹਾਡਾ ਹੀ ਬੁੜਾ ਹਾਂ। ਤੁਹਾਡਾ ਹੀ ਬੁੜਾ ਹਾਂ? ਕਹਿੰਦੇ ਮਹਾਰਾਜ ਕਿਵੇਂ? ਕਹਿੰਦੇ ਇਹਨੂੰ ਪੁੱਛੋ। ਕਹਿੰਦੇ ਮੈਂ ਇਹਨੂੰ ਚੱਕ ਮਾਰਦਾ ਹੁੰਦਾ ਸੀ। ਉਹ ਮਹਾਂਪੁਰਖ ਪਹੁੰਚੇ ਸੀ, ਉਹਨੇ ਕਿਹਾ ਕਿਉਂ ਕੁੱਤੇ ਵਾਂਗੂ ਭੌਂਕਦਾ? ਉੱਥੇ ਫਿਰ ਸ਼ਬਦ ਚਾਰਿਆ, ਪੜ੍ਹ ਪੁਸਤਕ ਸੰਧਿਆ ਬਾਦਨ, ਸਿਲ ਪੂਜਸ ਬਗਲ ਸਮਾਧਨ। ਇਹ ਪੜ੍ਹ ਲਿਓ, ਹੁਣ ਸਮਾਂ ਬਹੁਤ ਹੁੰਦਾ ਜਾ ਰਿਹਾ। ਇਸ ਵਾਸਤੇ ਮਹਾਰਾਜ ਸਮਰੱਥ। ਆ ਦੁਨੀ ਚਾਂਦਾ ਲੈ ਲਓ, ਉਹ ਸ਼ਰਾਧ ਕਰਦੇ ਸੀ ਨਾ ਲਾਹੌਰ। ਇਹ ਕਿਹਦਾ? ਇਹ ਬਾਪੂ ਦਾ। ਕਹਿੰਦੇ ਬਾਪੂ ਤਾਂ ਉੱਥੇ ਬਘਿਆੜ ਬਣਿਆ ਬੈਠਾ। ਜਲੇ ਗਿਆ, ਕਹਿੰਦੇ ਡਰਨਾ ਕੁਝ ਨਹੀਂ ਕਹਿੰਦਾ। ਅਤੇ ਮਹਾਰਾਜ ਨੇ ਉੱਤੇ ਵੀ ਕਿਰਪਾ ਕੀਤੀ। ਕਹਿੰਦੇ ਆ ਜਾ। ਕਹਿੰਦੇ ਕਿਵੇਂ? ਕਹਿੰਦੇ ਗੁਆਂਢੀਆਂ ਦੇ ਮੱਛੀ ਪੁੱਜਦੀ ਸੀ ਅਤੇ ਮੈਨੂੰ ਮਾਸ ਖਾਣ ਦਾ ਲਾਚ ਬੜਾ ਸੀ, ਅਤੇ ਮੈਂ ਮੰਗਾ ਕੇ ਖਾਧਾ ਅਤੇ ਕੱਚਾ ਸੀ, ਢਿੱਡ 'ਚ ਪੀੜ ਹੋਈ, ਮਰ ਗਿਆ, ਬਘਿਆੜ ਬਣ ਗਿਆ। ਹੁਣ ਕੱਚਾ ਖਾਂਦਾ ਰਿਹਾ। ਤੂੰ ਸ਼ਰਾਧ ਕਰਾਉਣਾ, ਮੈਂ ਇੱਧਰ ਤੁਰਿਆ ਫਿਰਦਾ। ਜਿਹਨੇ ਭੇਜਿਆ ਉਹਨਾਂ ਨੂੰ ਬੇਨਤੀ ਕਰ, ਮੇਰਾ ਭਲਾ ਹੋ ਜਾ। ਇਹ ਇਤਿਹਾਸ ਆ, ਇਹ ਨਹੀਂ ਵੀ ਕੋਲੋਂ ਕਲਪਤ ਬਣਾਈਆਂ ਹੋਈਆਂ ਗੱਲਾਂ। ਜਿਹਦੀ ਦ੍ਰਿਸ਼ਟੀ ਉਹ ਤਾਂ ਸਭ ਕੁਝ ਦੇਖ ਲੈਂਦਾ, ਜਿਹਦੀ ਦ੍ਰਿਸ਼ਟੀ ਨਹੀਂ ਉਹਨੂੰ ਆਪਣਾ ਆਪ ਵੀ ਨਹੀਂ ਦੀਦਾ। ਬੰਦਾ ਡੀਂਗਾਂ ਤਾਂ ਬਹੁਤ ਮਾਰਦਾ, ਸਾਡੀਆਂ ਅੱਖਾਂ ਆਪਣੇ ਆਪ ਨੂੰ ਦੇਖਦੀਆਂ। ਆਪਣਾ ਮੂੰਹ ਦੇਖਣ ਲਈ ਮੋਹਰੇ ਸ਼ੀਸ਼ਾ ਕਰਨਾ ਪੈਂਦਾ। ਸ਼ੀਸ਼ਾ ਹੈ ਜੜ, ਤੁਸੀਂ ਚੇਤਨ ਕਹਾਉਂਦੇ ਆ। ਜੜ ਸ਼ੀਸ਼ਾ ਤੁਹਾਡਾ ਮੂੰਹ ਦਿਖਾਉਂਦਾ। ਅੱਖਾਂ ਆਪਣਾ ਮੂੰਹ ਦੇਖਣ ਵਾਸਤੇ ਦਰਪਣ ਦੀ ਲੋੜ ਆ, ਅਤੇ ਆਪਣੀ ਆਤਮਾ ਦੇਖਣ ਵਾਸਤੇ ਸੰਤ ਦੀ ਲੋੜ ਆ। ਸੰਤ ਇੱਕ ਦਰਪਣ ਆ, ਸੰਤ ਇੱਕ ਸ਼ੀਸ਼ਾ ਹੈ ਜਿਹੜਾ ਦਿਖਾਉਂਦਾ ਤੂੰ ਕੀ ਹੈ। ਇਸ ਵਾਸਤੇ ਸਾਧ ਸੰਗਤ ਜੀ, ਅੱਜ ਸੰਸਾਰ ਬੜੀ ਭੁੱਲ ਵਿੱਚ ਪਿਆ ਹੋਇਆ। ਉਹ ਭੁੱਲ ਭੁਲਈਏ ਵਿੱਚ ਕਿੱਧਰ ਕਿੱਧਰ ਲੋਕ ਤੁਰੇ ਫਿਰਦੇ ਆ। ਸੰਤ ਮਿਲਦੇ ਨਹੀਂ, ਹੈਨ ਬਿਰਲੇ ਨਾ ਹੀ ਘਣੇ, ਫੈਲ ਪਕੜ ਸੰਸਾਰ ਵਾਲੀ ਗੱਲ ਬਣੀ ਹੋਈ ਹੈ। ਇਹ ਭੂਮੀ ਸੀ, ਸਾਧਾਂ ਸੰਤਾਂ ਦਾ ਦੇਸ਼ ਸੀ। ਅੱਜ ਇਹ ਵੀ ਰਾਖਸ਼ਾਂ ਦਾ ਬਣਦਾ ਜਾ ਰਿਹਾ। ਪੱਛਮੀ ਸਭਿਅਤਾ ਦੀ ਲਪੇਟ ਵਿੱਚ ਇੰਨਾ ਆ ਚੁੱਕਾ ਹੈ, ਦੌੜ ਲੱਗ ਗਈ ਹੈ। ਰਾਸ਼ਟਰ ਦੀ ਭਗਤੀ ਖਤਮ ਹੋ ਗਈ, ਮਾਂ ਪਿਓ ਦੀ ਭਗਤੀ ਖਤਮ ਹੋ ਗਈ। ਸਾਧੂ ਸੰਤਾਂ, ਗੁਰੂ ਗ੍ਰੰਥ ਪੰਥ ਦੀ ਇੱਕ ਇਹ ਬਚਿਆ ਸੀ, ਅਸੀਂ ਇਹਦੇ 'ਤੇ ਵੀ ਹੱਥ ਚੁੱਕ ਲਿਆ। ਇਹ ਬਚਿਆ ਸੀ, ਇਹਨੇ ਸਾਨੂੰ ਬਚਾਉਣਾ ਸੀ। ਅਤੇ ਜਿਹੜੀ ਬੇੜੀ ਨੇ ਸਾਨੂੰ ਪਾਰ ਲਾਉਣਾ, ਉਸ ਬੇੜੀ 'ਚ ਛੇਕ ਕਰਾਂਗੇ ਅਤੇ ਪਾਰ ਲੱਗ ਜਾਵਾਂਗੇ। ਇਸ ਬੇੜੀ ਦੇ ਪਾਠ ਬਦਲਾਂਗੇ। ਇਹ ਨਾਮ ਰੂਪੀ ਬੇੜਾ ਹੈ, ਇਹਦਾ ਤਾਂ ਕੁਝ ਨਹੀਂ ਵਿਗੜਨਾ, ਅਤੇ ਸਾਡੇ ਪੱਲੇ ਰਹਿਣਾ ਕੁਝ ਨਹੀਂ। ਇਹ ਨਹੀਂ ਵਿਗੜਨਾ, ਇਹ ਤਾਂ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਰਹੇਗਾ, ਪਰ ਸਾਡੇ ਪੱਲੇ ਨਹੀਂ ਰਹੇਗਾ। ਇਹੋ ਜਿਹੇ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ 'ਤੇ ਟੀਕਾ ਟਿੱਪਣੀਆਂ ਕਰਦੇ ਜਾਂ ਹਸਤਕਸ਼ੇਪ ਕਰਨ ਦੀ ਕੋਸ਼ਿਸ਼ ਕਰਦੇ ਆ, ਇਹਨਾਂ ਤੋਂ ਸਦਾ ਸਾਵਧਾਨ ਰਹਿਣ ਦੀ ਲੋੜ ਆ। ਹੁਣ ਪਿੰਡਾਂ ਵਾਲੇ ਵੀ ਰੌਲਾ ਪਾਉਂਦੇ, ਸਾਡੇ ਪਿੰਡ ਐਂ ਹੋ ਗਿਆ ਜੀ, ਤੁਸੀਂ ਪਿੰਡੇ ਸਾਰੇ ਖੁਸਰੇ ਬੈਠੇ ਆ, ਤੁਹਾਡੇ ਪਿੰਡ ਗੁਆਂਢੀ ਕੌਣ ਰੱਖਿਆ ਕਰਨ ਆਏਗਾ? ਖੁਦ ਰੱਖਿਆ ਕਰਨੀ ਪੈਣੀ ਹੈ। ਖੁਦ ਆਨੰਦਪੁਰ ਹਮਲਾ ਕਰਨ ਆ ਗਿਆ। ਮਹਾਰਾਜ ਦੇ ਜਰਨੈਲ ਭਾਈ ਮਨੀ ਸਿੰਘ ਦੇ ਸਾਹਿਬਜ਼ਾਦੇ ਮਹਾਰਾਜ ਦੇ ਜਰਨੈਲ ਉਦੈ ਸਿੰਘ, ਭਾਈ ਦਇਆ ਸਿੰਘ ਨੂੰ ਕਹਿੰਦੇ ਮਹਾਰਾਜ ਆਗਿਆ ਦਿਓ, ਦੁਸ਼ਮਣ ਆ ਗਿਆ ਚੜ੍ਹ ਕੇ। ਕਹਿੰਦੇ ਮੈਂ ਕਿਵੇਂ ਦੇ ਮਹਾਰਾਜ ਬਰਾਜੇ ਆ। ਕਹਿੰਦੇ ਮਹਾਰਾਜ ਤੁਸੀਂ ਪੰਜਾਂ ਬਾਰੇ ਮੁਖੀ ਆ। ਕਹਿੰਦੇ ਮਹਾਰਾਜ ਨਾਰਾਜ਼ ਹੋਣਗੇ। ਕਹਿੰਦੇ ਅੱਛਾ ਕਰੋ ਬਈ ਹਮਲਾ। ਉਹ ਰਾਤ ਨੂੰ ਜਾ ਵੜੇ, ਪੜਥੂ ਪਾ ਕੇ ਅਤੇ ਨਿਕਲਿਆ। ਉਹ ਤੁਰ ਕੜੇ ਆਪਸ 'ਚ ਵੱਢ ਹੋ ਕੇ ਮਰ ਗਿਆ। ਰੌਲਾ ਤਾਂ ਪੈਣਾ ਹੀ ਸੀ, ਹਨੇਰਾ ਸੀ ਨਾ, ਪਤਾ ਨਾ ਲੱਗਾ, ਆਪਸ 'ਚ ਵੱਢੀ ਗਿਆ, ਉਹ ਨਿਕਲਿਆ ਵਿੱਚੋਂ। ਅਤੇ ਮਹਾਰਾਜ ਕਿਹਾ ਭਾਈ ਦਇਆ ਬੜਾ ਰਾਤ ਸ਼ੋਰ ਸ਼ਰਾਬਾ ਸੀ। ਕਹਿੰਦੇ ਮਹਾਰਾਜ ਉਦੈ ਸਿੰਘ ਨੂੰ ਪੁੱਛੋ।
जिले बुलाया कहते उदय सिंह किन आ गया, कहते दया सिंह। कहते महाराज मैं तो आप बेनती करता रहा। कहते बई किमें? कहते महाराज तुसीं कहा जात को सिंह ने कि दंगा दंगा ही सतगुर से मंगा, वो आके तुहाडे महलों 'च वड़ जाते दुष्ट, असीं आ गया भालते रहंदे। महाराज कहते शाबाश, मैनूं इहो जिहा जरनैल चाहिए जिहड़े हर वेले तैयार पर तैयार। असीं सौगैं सुसरी मंगू। ये महाराज दे अंग पाड़ते जी, ये महाराज स्वरूप चोरी करके गल करदे शर्म आउंदी है। आ गल करदे भी शर्म आउंदी सानूं। पिंडां तुसीं करदे की है? लाण पी पी चिट्टियां दे धुएं लै लै के दिमाग खराब हो गए। ना तुहानूं कुड़ियां मुंडे ना जनानियां नज़र आउंदियां, इन्हां दी सुरक्षा नज़र आउंदी, ना गुरु ग्रंथ किहनूं नज़र आउणा। बंदा तो शेर कल्ला ही है। कोई किला बनाया शेर ने, घर बनाया कोई अपनी सुरक्षा लई शेर ने कोई बॉडीगार्ड रखे है? कल्ला ही है, अपने बल द्वारा ही शेर है। सारी बनचर भां भां करदी फिरदी है। जिधर लंघ जांदा उहदी समैल तो पंछी पता लग जाता भी आ रहा, निकल जाते हैं। पिंडां 'च खुसरे ते हिजड़े बन गए लोग। इन्हां 'च हिम्मत जान नहीं। गल किसी दे पिंड 'च हुंदी आ, कौम का मसला बना के बह जन्ने असीं। तुसीं पिंड वाले उत्थे की करते हैं? ओ करेगी, आ करेगा, कौन करेगा? ये सारा कुछ आपे ही करना पैंदा। अपन हथीं अपना आपे ही काज सवारीए। असीं दूएं वाल झाकी जाने, वो तुहानूं न्याय इंसाफ कित्थों देणगे? ये आप करना पैंदा। सूरमे बनू। पर हुण पिंडां दे विच जान नहीं रह गई। साडे जी पिंड ऐ हो गया। फिर तुहाडे पिंड उत्थे हिजड़े खुसरे होणगे, डफ्फां वजा के मंगण वाले। एक भी सिंह हुंदा ते जुरत किवें पै जांदी? ये साडा हाल बनिया होया। मसला गलत हुंदा सारी कौम का बना के किन्ना बवाद छेड़ के दे तेरे दी किवें छज च पा पा के अपनी इज्जत रोलन रहे हैं असीं। ये साडी दशा बनी। गुरमुख प्यारिओ, महाराज दी बाणी बाणे सिमरना जुड़ो और उन्हां शहीदां दा गुरमुखां दा इतिहास पढ़ो। साडी सुत्ती हुई आत्मा जागे। जदों जाग पवांगे, औरंगजेब दा किड्डा राज सी। 35 लाख फौज चढ़ के चमकौर आ गई। 40 से 40 चों पातशाह खुद परमेश्वर भाई दया सिंह, धर्म सिंह, मान सिंह, 4 जने निकल के गए। कहते फट नहीं होया। कभी किसी का सीस वढ़ के लै जाण, ये महाराज होऊगा? कहते भी ये नहीं है। बड़े हैरान कमाल की गल, फड़े नहीं होया। बाहर कहते लै मैं कल्ला ही घूमदा, फड़ लो। फिर उचदे पीर बन के 2 मुसलमानों ने पालकी चुकी है, 3 सिंह है। घेरा पै गया। कौन है? कहते उचदे पीर है। उच शरीफ पिंड है ना, उत्थे दे पीर बहावल हक बहाउद्दीन गुरु नानक दे सेवक, वो महाराज दे चेले। कहते जिहड़ा सारिਆਂ ਨੂੰ ਉੱਚਾ पीर वो है ਜਿਹਦੇ बराबर कोई नहीं। वो तो उच पिंड के नाम से सी ना, उच दे पीर। ये सारिਆਂ ਨੂੰ ਉੱਚਾ पीर है, ये बराबर है कोई नहीं। सुन वड्डा आखा सब कोई, केवल वड्डा डीठा होए तो घूम रहे है। वो कहन लगे चंगा भी जे साडे पीर जी है ना, साडा खाना खा लन। कहते लियाओ बई। वो लै गां का मांस, पता लग जू भी हिंदू आ कि मुसलमान। कहन लगे, कहते भी पीर जी ने तो रोज़ा रखा होया, एक जौ तो गुलाब का छटांग चल। कहते मरीद खा लन। भाई दया कहते महाराज, कहते सीरी साहब फेरो। जिले सीरी साहब फेरी, वो कड़ाह प्रसाद बन गया। तो जे कड़ाह प्रसाद ना बनता फिर तो फड़ेगा उसी ने। जिले देखा भी प्रतख देख लिया भी कड़ाह बन गया, फिर भाई बाकी उचदा पी रहा है। फिर कहते महाराज जरदा छक लो। कहते लियाओ बई। एक एक चौल का एक सूर बन के निकलण लग पिया। फिर तो डर गया, कंन फड़ लिया। तोबा 21 मोहरा मत्था टेकिया, महाराज गुस्ताखी पीर जी माफ़ करनी, तुसीं ज़ियारत ते जा रहे सी, तुहानूं रोकिया। गज के बोलो माफ़ी दे दो। जड़े गिरफ्तार करना ये उचदा पीर।
ਕੱਲਾ ਹੀ ਘੁੰਮ ਰਿਹਾ। ਬਹਿ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਸ ਕਰਕੇ ਪਿਆਰਿਓ, ਤੁਹਾਡੀ ਰੱਖਿਆ ਕਰਨ ਨੂੰ ਬਾਹਰੋਂ ਨਹੀਂ ਕਿਸੇ ਨੇ ਆਉਣਾ, ਤੁਹਾਨੂੰ ਆਪਣਾ ਆਪੇ ਕਰਨਾ ਪੈਣਾ। ਮਹਾਰਾਜ ਨੇ ਕੋਈ ਆਕਾਸ਼ ਤੋਂ ਬੰਦੇ ਨਹੀਂ ਸੀ ਉਤਾਰੇ, ਇਸੇ ਧਰਤੀ ਦੇ ਬੰਦਿਆਂ ਨੂੰ ਅੰਮ੍ਰਿਤ ਛਕਾ ਕੇ, ਜਿਹੜੇ ਕਹਿੰਦੇ ਸੀ ਨਾ ਕਾਮ ਹਮਾਰਾ ਤੁਲਣ ਤਕੜੀ ਗਿਆਨੀ ਜੀ, ਨੰਗੀ ਤੇ ਕਵੀ ਨਾ ਪਕੜੀ, ਚਿੜੀ ਉੜੇ ਤੇ ਇਸਤੇ ਡਰ ਪਾऊँ, ਤੁਰਕਾਂ ਸੇ ਕਾਹੇ ਲੜ ਪਾऊँ, ਤੇ ਫਿਰ 1.25 ਲੱਖ ਸੇ ਇੱਕ ਲੜਾऊँ, ਤਬੇ ਗੋਬਿੰਦ ਸਿੰਘ ਨਾਮ ਖਾऊँ ਕਰਕੇ ਦਿਖਾ ਦਿੱਤਾ ਕਿ ਨਹੀਂ। ਇਸ ਕਰਕੇ ਲੋਕਾਂ ਵੱਲ ਨਾ ਦੇਖਦੇ ਰਹੋ, ਆਪਣੀ ਸੁਰੱਖਿਆ ਆਪਣੀ ਪ੍ਰੋਟੈਕਸ਼ਨ ਕਰਨ ਲਈ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਚੱਲੋ ਕਿ ਸੱਚੇ ਪਾਤਸ਼ਾਹ ਦਾ ਹਾਜ਼ਰ ਨਾਜ਼ਰ ਹੈ। ਹਾਂਜੀ, ਕੋਈ ਨਹੀਂ ਬਾਬਾ ਜੀ, ਇਹਨਾਂ ਨੂੰ ਉੱਠ ਲੈਣ ਦਿਓ। ਇਹਨਾਂ ਦਾ ਮਨ ਅੱਗੇ ਵੀ ਔਖਾ ਹੀ ਹੋਣਾ, ਫਿਰ ਤਾਂ ਕੰਮ ਲੰਮਾ ਹੀ ਹੋ ਗਿਆ। ਵਧੀਆਂ ਰੁਦੀਆਂ ਬੈਠੀਆਂ ਸੀ ਵਿਚਾਰੀਆਂ ਕਿ ਨਹੀਂ। ਆਨੰਦਪੁਰ ਤਾਂ 8-8 ਮਹੀਨੇ ਘੇਰੇ ਪੈ ਰਹੇ, ਇੱਥੇ ਤੋਂ ਖਾਣ ਨੂੰ ਤੁਸੀਂ ਕਈ ਕੁਝ ਬਣਾਇਆ ਹੋਣਾ, ਕਿੰਨੇ ਸੌ ਆਰਾਮ ਨਾਲ ਬੈਠੇ ਆ। ਸਿੰਘਾਂ ਦੇ ਤਾਂ ਬੜੇ ਕਸ਼ਟ ਦੇ ਦਿਨ ਆਏ, ਆਉਂਦੇ ਰਹਿਣੇ ਆ। ਇਹ ਤਾਂ ਮਹਿਮਾ ਰਹਿਣੀਆਂ ਹੀ ਆ ਇਹਨਾਂ ਨੂੰ। ਇਸ ਕਰਕੇ ਕੋਈ ਗੱਲ ਨਹੀਂ, ਕਈ ਵਾਰੀ ਸਿਆਣਾ ਸਰੀਰ ਆ, ਉਹ ਕਿਰਿਆ ਕੁਰਿਆ ਵੀ ਕਰਨੀ ਹੁੰਦੀ ਹੈ। ਵੈਸੇ ਨਾ ਵੀ ਗਏ ਹੋਣ ਇਉਂ ਵੀ ਹੋ ਜਾਂਦਾ। ਸੋ ਮਹਾਰਾਜ ਨੇ ਕਿਰਪਾ ਕੀਤੀ ਹੈ, ਕਿਉਂਕਿ ਅੱਜ ਹਾਲਾਤ ਜਿਹੜੇ ਆ ਨਾ ਉਹ ਮਜਬੂਰ ਕਰ ਰਹੇ ਆ, ਅਤੇ ਜੇ ਆਪਾਂ ਗੋਲ ਮੋਲ ਕਰਕੇ ਚਲੇ ਜਾਈਏ ਉਹ ਵੀ ਫਿਰ ਠੀਕ ਨਹੀਂ। ਕਿਉਂਕਿ ਸਮੇਂ ਦੇ ਹਾਲਾਤਾਂ ਨੂੰ ਸਮਝ ਕੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਮਾਣ ਸੇਵਾ, ਇਹਦਾ ਮਾਣਿਆ ਤੇ ਸਾਡਾ। ਜੇ ਇਹਦਾ ਨਾ ਰਿਹਾ ਤਾਂ ਤੁਹਾਡੇ ਪੱਲੇ ਕੁਛ ਵੀ ਨਹੀਂ ਰਹਿਣਾ, ਇਹਦੇ ਆਸਰੇ ਹੀ ਆ। ਹੁਣ ਸਾਡੀ ਤਾਂ ਪਰ ਰੱਬ ਦੇ ਨਾਲ ਆਪਣੇ ਨਾਲ ਜੋੜੀ ਹੋਈ ਆ। ਕਿਉਂ ਗਿਆਨੀ ਸਿੰਘੋ ਰਾਗੀ ਸਿੰਘੋ, ਡਾਇਰੈਕਟ ਇਹ ਖਾਣ ਨੂੰ ਦੇ ਰਿਹਾ, ਇਹ ਪੀਣ ਨੂੰ ਦੇ ਰਿਹਾ, ਇਹ ਕਾਰਾਂ ਜਹਾਜ਼ ਝੁਟਾ ਰਿਹਾ। ਇਹਦੇ ਕਰਕੇ ਸਾਨੂੰ ਲੋਕ ਸਤਿਕਾਰ ਪਿਆਰ ਦਿੰਦੇ ਨੇ। ਹੈ ਕੀ ਆ, ਬੰਦਾ ਗੰਦ ਮੂਤ ਦਾ ਥੈਲਾ ਹੈ, ਇਹਦੇ ਕਰਕੇ ਹੀ ਆ। ਇਸ ਕਰਕੇ ਇਹਦਾ ਸਤਿਕਾਰ ਇਹਦਾ ਪਿਆਰ ਸਿੱਖਣਾ ਜ਼ਰੂਰੀ ਹੈ। ਮਹਾਰਾਜ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਕਿ ਸੱਚੇ ਪਾਤਸ਼ਾਹ ਨੇ ਸਾਡੀ ਹਾਜ਼ਰੀ ਆਪਣੇ ਦਰ 'ਤੇ ਲਾ ਲਈ ਹੈ। ਇਹ ਇਸ ਵੇਲੇ ਗੁਰੂ ਨਾਨਕ ਦੇ ਰਜਿਸਟਰ 'ਚ ਤੁਹਾਡੇ ਨਾਂ ਆ, ਐਵੇਂ ਨਾ ਸਮਝ ਲਓ। ਇਹ ਮਹਾਰਾਜ ਦੇ ਰਜਿਸਟਰ ਵਿੱਚ ਹੈ, ਜਿਹੜਾ ਮਹਾਰਾਜ ਦੇ ਚਰਨਾਂ 'ਚ ਸੰਗਤ ਦੀਆਂ ਘੜੀਆਂ। ਸੋ ਇਸ ਵਾਸਤੇ ਬਾਬਾ ਜੀ ਦਾ, ਸਾਰੇ ਪ੍ਰਬੰਧਕਾਂ ਦਾ, ਸਾਰੇ ਸੰਥਿਆ ਵਾਲੀਆਂ ਸੰਗਤਾਂ, ਮਾਈ ਭਾਈ ਦਾ, ਗਿਆਨੀ ਜੀ ਆਏ ਹੈ, ਰਾਗੀ ਸਿੰਘ, ਗ੍ਰੰਥੀ ਸਿੰਘ, ਸਮੁੱਚੇ ਰੂਪ 'ਚ ਸੇਵਾਦਾਰ ਜਿੰਨੀਆਂ ਸੰਗਤਾਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ ਵੀ ਧੰਨਵਾਦ। ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਮਹਾਰਾਜ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।